ਦੇਸ਼ ਵਿਦੇਸ਼ ਵਿੱਚ ਬਾਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਅਸੀਂ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਖਾਸ ਮੁਲਾਕਾਤ। ਤੇ ਮੈਂ ਜਸਵਿੰਦਰ ਦੂੜਾ ਤੁਹਾਡੇ ਸਨਮੁਖ ਹਾਂ, ਖਾਸ ਮੁਲਾਕਾਤ ਲੈ ਕੇ ਅੱਜ ਇੱਕ ਨਵੇਂ ਚਿਹਰੇ ਦੇ ਨਾਲ। ਅੱਜ ਦੇ ਸਾਡੇ ਮਹਿਮਾਨ ਨੇ ਦਿਲਰਾਜ ਸਿੰਘ ਦਰਦੀ ਜੀ, ਜੋ ਬਾਬਾ ਬਕਾਲਾ ਤੋਂ ਆਏ ਨੇ ਤੇ ਉਹ ਕਵਿਤਾ ਲਿਖਦੇ ਨੇ। ਉਹਨਾਂ ਦੀਆਂ 2-3 ਕਿਤਾਬਾਂ ਵੀ ਹਨ ਤੇ ਉਹ ਐਕਸ ਸਰਵਿਸਮੈਨ ਹਨ। ਤੇ ਆਪਾਂ ਬਾਕੀ ਗੱਲਾਂ ਉਹਨਾਂ ਦੇ ਨਾਲ ਹੀ ਕਰਦੇ ਹਾਂ। ਆਓ ਆਪਾਂ ਮਿਲਦੇ ਹਾਂ ਦਿਲਰਾਜ ਜੀ ਹੁਣਾਂ ਨੂੰ। ਦਿਲਰਾਜ ਜੀ, ਸਾਡੇ ਬਾਜ ਟੀਵੀ ਤੇ ਆਉਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜਸਵਿੰਦਰ ਜੀ। ਤੇ ਤੁਸੀਂ ਕਹਿੰਦੇ ਨੇ ਕਿ ਅਸਮਾਨ ਵਿੱਚ ਅਰਬਾਂ ਖਰਬਾਂ ਤਾਰੇ ਨੇ। ਕੁਝ ਤਾਰੇ ਚਮਕਣ ਵਾਲੇ ਹੁੰਦੇ ਨੇ ਜੋ ਸਾਨੂੰ ਦੂਰੋਂ ਦਿਖ ਪੈਂਦੇ ਨੇ। ਕੁਝ ਤਾਰੇ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਚਮਕ ਬਹੁਤ ਘੱਟ ਹੁੰਦੀ ਹੈ, ਨਾ ਉਹ ਸ਼ਾਇਦ ਸਾਨੂੰ ਦੇਖ ਹੀ ਪਾਉਂਦੇ ਆ। ਤੇ ਮੈਂ ਉਸੇ ਗੱਲ ਤੇ ਆ ਰਿਹਾ ਕਿ ਮੈਂ ਇੱਕ ਬਹੁਤ ਹੀ ਛੋਟਾ ਜਿਹਾ ਕਵੀ ਹਾਂ ਤੇ ਇੰਨੇ ਵੱਡੇ ਸਾਹਿਤਕਾਰ ਵੀ ਤੁਹਾਡੀ ਇੰਟਰਵਿਊ ਵਿੱਚ ਆਉਂਦੇ ਨੇ। ਅੱਜ ਇੱਕ ਨਿਮਾਣੇ ਜੇ ਤੁਸੀਂ ਇੱਕ ਕਵੀ ਨੂੰ ਆਪਣੇ ਬਾਜ ਟੀਵੀ ਉੱਤੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਉਣ ਦਾ ਇੱਕ ਉਪਰਾਲਾ ਕੀਤਾ ਹੈ। ਤੇ ਅਸੀਂ ਇਸ ਸਮੇਂ ਬਾਜ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਰਾਮ ਰਾਮ ਕਹਿੰਦੇ ਹਾਂ ਜੀ। ਜੀ ਦਿਲਰਾਜ ਜੀ, ਕੋਈ ਕਵੀ ਵੱਡਾ ਛੋਟਾ ਨਹੀਂ ਹੁੰਦਾ। ਤੇ ਦੂਸਰੀ ਗੱਲ ਆ, ਸਾਡਾ ਜਿਹੜਾ ਬਾਜ ਟੀਵੀ ਦੀ ਪੂਰੀ ਟੀਮ ਦਾ ਇੱਕ ਅਸੀਂ ਵਾਅਦਾ ਆ ਕੀਤਾ ਹੋਇਆ ਸਾਰਿਆਂ ਨਾਲ ਕਿ ਕੋਈ ਛੋਟਾ ਵੱਡਾ ਨਹੀਂ। ਜਿਹੜਾ ਵੀ ਜਿਹੜੇ ਲੋਕਾਂ ਨੇ ਜਿਹਨੂੰ ਇਗਨੋਰ ਕੀਤਾ ਗਿਆ, ਅਸੀਂ ਉਹਨਾਂ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਜਾਂ ਕੋਈ ਉਹਨਾਂ ਨੂੰ ਸਾਧਨ ਨਹੀਂ ਮਿਲਿਆ, ਸਾਡਾ ਇਹ ਬਾਜ ਟੀਵੀ ਉਹਨਾਂ ਦੇ ਲਈ ਜਿਹੜਾ ਪਲੇਟਫਾਰਮ ਆ, ਉਹਨਾਂ ਲਈ ਉਹ ਜਿਹੜਾ ਮੁੱਖ ਬੁਲਾਰਾ ਆ, ਉਹਨਾਂ ਦੀ ਆਵਾਜ਼ ਬਣਿਆ ਹੋਇਆ ਸਾਡਾ। ਤੇ ਅਸੀਂ ਜਿਹੜੇ ਹੋਰ ਵੀ ਆ, ਤੁਸੀਂ ਬਾਕੀ ਆਪਣੇ ਆਪ ਨੂੰ ਛੋਟੇ ਨਾ ਸਮਝੋ। ਤੁਸੀਂ ਸਾਡਾ ਨਾਂ ਆ ਮਰਜ਼ੀ ਦੇ ਵਿੱਚ ਤੇ ਚੰਗੀ ਕਵਿਤਾ ਤੁਸੀਂ ਲਿਖਦੇ ਹੋ। ਤੇ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਹਾਂ ਦਰਸ਼ਕੋ ਇਹਨਾਂ ਦੇ ਨਾਲ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਖਾਸ ਮੁਲਾਕਾਤ ਦੇ ਵਿੱਚ ਅਸੀਂ ਇੱਕ ਸਾਹਿਤਕਾਰ ਦੇ ਜੀਵਨ ਬਾਰੇ, ਉਹਦੀਆਂ ਕਵਿਤਾ ਬਾਰੇ ਤੇ ਉਹਦੇ ਪਰਿਵਾਰ ਬਾਰੇ ਗੱਲਾਂ ਕਰਦੇ ਹਾਂ। ਤੇ ਦਿਲਰਾਜ ਜੀ ਹੁਣਾਂ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਦਿਲਰਾਜ ਜੀ ਹੁਣਾਂ ਦਾ ਬਚਪਨ, ਜਦੋਂ ਅੱਖ ਫੁੱਟੀ, ਸੁਰਤ ਆਈ, ਪਿੰਡ ਦੇ ਵਿੱਚ ਬੋਲਣਾ ਚੱਲਣਾ ਸਿੱਖਿਆ, ਮਾਂ ਬਾਪ ਜਾਂ ਮਾਂ ਕਿਹਾ ਬਾਪ ਕਿਹਾ ਜਾਂ ਕੋਈ ਊੜਾ ਐੜਾ ਕਿਹਾ, ਉਦੋਂ ਜਦੋਂ ਸੁਰਤ ਸੰਭੀ, ਉਦੋਂ ਕੀ ਦੇਖਿਆ, ਕਿਹੋ ਜਿਹਾ ਮਾਹੌਲ ਸੀ ਪਿੰਡ ਦਾ ਤੇ ਕਿੱਥੇ ਦਾ ਆਪਣਾ ਜਨਮ ਸੀਗਾ? ਮੇਰਾ ਜਨਮ ਜੀ ਮੇਰੇ ਪਿੰਡ ਰਤਨਗੜ੍ਹ ਵਿੱਚ। ਮੇਰੇ ਪਿਤਾ ਜੀ ਦਾ ਸਰਦਾਰ ਬਖਸ਼ੀਸ਼ ਸਿੰਘ ਜੀ, ਮਾਤਾ ਜੀ ਪਰਮਜੀਤ ਕੌਰ ਜੀ। ਇਹ ਬਾਬਾ ਬਕਾਲਾ ਤਹਿਸੀਲ ਦੇ ਖਲਚੀਆਂ ਇੱਕ ਨਿੱਕੇ ਜਿਹੇ ਕਸਬੇ ਦੇ 2 ਕਿਲੋਮੀਟਰ ਪੈ ਜਾਂਦਾ, ਦੂਰ ਪੈ ਜਾਂਦਾ ਜੀ। ਬਾਕੀ ਜੇ ਆਪਾਂ ਬਚਪਨ ਦੀ ਗੱਲ ਕਰੀ, ਅੱਜ ਮੈਂ ਤਕਰੀਬਨ 40 ਸਾਲ ਮੇਰੀ ਏਜ ਹੋ ਚੁੱਕੀ ਆ। ਉਦੋਂ ਬਚਪਨ ਇੱਕ ਅਨੋਖਾ ਸੀ ਜੀ। ਉਹ ਮੇਰੇ ਖਿਆਲ ਉਹ ਅੱਜ ਸਾਡੇ ਦਰਸ਼ਕੀ ਵੀ ਜਾਣਦੇ ਕਿ ਉਹ ਬਚਪਨ ਹੁਣ ਕਦੇ ਨਹੀਂ ਵਾਪਸ ਆ ਸਕਦਾ। ਬਿਲਕੁਲ ਜੀ। ਕਿ ਉਦੋਂ ਕੀ ਹੁੰਦਾ ਸੀ ਕਿ ਉਦੋਂ ਆਮ ਹੀ ਗੱਲਾਂ ਹੁੰਦੀਆਂ ਸੀ। ਅਸੀਂ ਇਸ ਗੱਲ ਨੂੰ ਵੀ ਇੱਕ ਬੜੇ ਕਿਸਮਤ ਵਾਲੇ ਸਮਝਦੇ ਹਾਂ ਕਿ ਉਹ ਜੋ ਚੀਜ਼ਾਂ ਅਸੀਂ ਬਚਪਨ ਵਿੱਚ ਵੇਖ ਚੁੱਕੇ ਹਾਂ, ਜੋ ਅਸੀਂ ਸੁਣ ਚੁੱਕੇ ਹਾਂ, ਉਹ ਹੁਣ ਆਉਣ ਵਾਲੇ ਸਮੇਂ ਵਿੱਚ ਉਹ ਚੀਜ਼ਾਂ ਨਹੀਂ ਆਉਣੀਆਂ ਕਦੇ ਵੀ। ਅੱਜ ਕੱਲ੍ਹ ਦਾ ਬਚਪਨ ਟੀਵੀ ਨੇ, ਮੋਬਾਈਲਾਂ ਨੇ ਜਾਂ ਹੋਰ ਗੇਮਾਂ ਨੇ ਜਿਹੜਾ ਉਹ ਖਤਮ ਕਰ ਦਿੱਤਾ। ਕਈ ਸੀਮਿਤ ਕਮਰਿਆਂ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ ਬਚਪਨ। ਜਿਹੜਾ ਤੁਹਾਡਾ ਬਚਪਨ ਸੀ ਜਾਂ ਸਾਡਾ ਬਚਪਨ ਸੀ, ਬੋਰਡ ਦੀਆਂ ਛਾਵਾਂ ਤੇ ਦਰਖਤਾਂ ਤੇ ਤੂਤੀਆਂ ਜਾਂ ਗੋਲਾ ਕਹਿੰਦੇ ਹੁੰਦੇ ਸੀ ਖਾਣ ਵਾਲੇ, ਫਿਰਨਾ ਤੁਰਨਾ ਜਿਹੜੀਆਂ ਸੀਗਾ। ਤੇ ਤੁਹਾਡਾ ਬਚਪਨ ਵੀ ਪਿੰਡ ਦੇ ਵਿੱਚ ਘੁੰਮਦਿਆਂ ਦਾ, ਰੇਹੜੀਆਂ ਬਣਾ ਕੇ ਜਾਂ ਟਾਇਰ ਦੇ ਨਾਲ ਚੱਕੇ ਦਾ ਘੁਮਾ ਕੇ, ਉਹ ਕਿਸ ਤਰ੍ਹਾਂ ਦਾ ਸੀਗਾ? ਤੁਸੀਂ ਜੀ, ਮੈਨੂੰ ਹਲੇ ਵੀ ਯਾਦ ਹੈ ਕਿ ਸਾਡਾ ਜਿਹੜਾ ਮੇਨ ਗੇਟ ਹੁੰਦਾ ਸੀ, ਉੱਥੇ ਇੱਕ ਬਹੁਤ ਵੱਡੀ ਧਰੇਕ ਹੁੰਦੀ ਸੀ। ਉੱਥੇ ਸਾਡੀ ਦਾਦੀ ਜੀ ਮਹਿੰਦਰ ਕੌਰ ਜਾਂ ਸਾਡੇ ਚਾਚੇ ਤਾਏ ਜੀ ਉਹਨਾਂ ਨੇ ਉੱਥੇ ਮੰਜੀਆਂ ਡਾਹ ਲੈਣੀਆਂ, ਉੱਥੇ ਆਪਣੀਆਂ ਗੱਲਾਂ ਕਰਦੇ ਰਹਿਣੀਆਂ। ਤੇ ਅਸੀਂ ਗਰਮੀ ਦੇ ਜਦੋਂ ਦਿਨ ਹੋਣੇ, ਕੁਲਫੀਆਂ ਵਾਲੇ ਡਿੱਕਣੇ। ਔਰ ਤੁਹਾਨੂੰ ਪਤਾ ਹੋਣਾ ਕਿ ਇਹਨੇ ਭਾਂਡੇ ਵਿੱਚ ਕਣਕ ਲੈ ਕੇ ਜਾਣਾ, ਕੁਲਫੀਆਂ ਵਾਲਾ ਆ ਗਿਆ। ਤੇ ਉਹ ਕਦੀ ਟਾਇਰ ਬਣਾ ਕੇ ਘਮਾਉਣ ਡਿਆ ਪਣੇ, ਕਦੀ ਫਿਰ ਕੁੱਪ ਬਣਾ ਕੇ ਡਾਉਣ ਡਿਆ ਪਣੇ। ਬਚਪਨ ਸਾਡਾ ਇਦਾਂ ਦਾ ਬੀਤਿਆ ਕਿ ਅਸੀਂ ਚਾਹੁੰਦੇ ਵੀ ਸਾਡਾ ਜਿਹੜਾ ਹੁਣ ਭਵਿੱਖ ਹੈ, ਸਾਡੇ ਬੱਚੇ ਉਹਨਾਂ ਦਾ ਵੀ ਬਚਪਨ ਇਦਾਂ ਬੀਤੇ। ਬਿਲਕੁਲ, ਕਿਉਂਕਿ ਉਹ ਜਿਹੜਾ ਬਚਪਨ ਸੀ ਉਹ ਸਰੀਰ ਦੇ ਨਾਲ ਦੌੜ ਭੱਜ ਸੀ, ਸਰੀਰ ਵੀ ਖੁੱਲਦਾ ਸੀ, ਮਾਨਸਿਕ ਵਿਕਾਸ ਵੀ ਹੁੰਦਾ ਸੀਗਾ। ਦਾਦੀ ਨਾਨੀ ਜਾਂ ਦਾਦੇ ਜਿਹੜੇ ਬਜ਼ੁਰਗਾਂ ਦੇ ਨਾਲ ਬੈਠ ਕੇ ਗੱਲਾਂ ਕਰਨੀਆਂ, ਜਿਹੜੀਆਂ ਉਹ ਸਾਨੂੰ ਸੰਸਕਾਰ ਵੀ ਮਿਲਦੇ ਸੀਗੇ। ਉਹ ਸੰਸਕਾਰ ਮਿਲਦੇ ਗਾਂ ਤੋਂ ਗਾਂ ਜਿਹੜੀ ਪੀੜ੍ਹੀ ਦਰ ਪੀੜ੍ਹੀ ਸੀਗੀ, ਸਾਨੂੰ ਸਿੱਖਿਆ ਨੂੰ ਬਹੁਤ ਕੁਝ ਮਿਲਦਾ ਸੀਗਾ। ਮੈਂ ਇਸੇ ਹੁਣ ਇੱਕ ਇਮਾਨਦਾਰੀ ਨਾਲ ਇਹ ਕਹਿ ਰਿਹਾ ਕਿ ਅੱਜ ਮੇਰੇ ਤੁਸੀਂ ਜਿਹੜੇ ਬੱਚੇ ਆ ਨਾ, ਮੇਰੇ ਬੱਚਿਆਂ ਕੋਲੋਂ ਮੇਰੇ ਪਿਤਾ ਜੀ ਦਾ ਨਾਂ ਪੁੱਛ ਲਓ, ਦਾਦਾ ਜੀ ਨਾਲ ਪੁੱਛ ਲਓ, ਕਿਸੇ ਨੂੰ ਨਹੀਂ ਪਤਾ ਹੋਣਾ। ਬਿਲਕੁਲ ਨਹੀਂ। ਉਹ ਸਮੇਂ ਕੀ ਹੁੰਦਾ ਸੀ ਜਦੋਂ ਸਾਰੇ ਪਰਿਵਾਰ ਇਕਜੁੱਟ ਹੋ ਕੇ ਬੈਠੇ ਹੁੰਦਾ ਸੀ, ਪੁਰਾਣੀਆਂ ਗੱਲਾਂ ਕਰਦੇ ਹੁੰਦੇ ਸੀ। ਤੇ ਅੱਜ ਕੱਲ ਸਿਰਫ ਸਾਡਾ ਭਵਿੱਖ, ਜਿਵੇਂ ਤੁਸੀਂ ਜਸਵਿੰਦਰ ਜੀ ਹੁਣੇ ਕੁਝ ਸਮੇਂ ਪਹਿਲਾਂ ਕਿ ਮੋਬਾਈਲਾਂ ਵਿੱਚ ਹੀ ਰਹਿ ਗਿਆ। ਉਸ ਟਾਈਮ ਤੇ ਆਪਾਂ ਜਦੋਂ ਟੀਵੀ ਦੇਖਦੇ ਹੁੰਦੇ ਸੀ, ਸਾਰੇ ਪਰਿਵਾਰ ਨੇ ਇੱਕ ਜਗ੍ਹਾ ਬੈਠ ਕੇ ਦੇਖਣਾ। ਅੱਜ ਲਿਸ਼ਕਾਰ ਆ ਗਿਆ, ਸਾਰੇ ਗੁਆਂਢੀ ਬੱਚੇ ਇਕੱਠੇ ਹੋ ਜਾਣਾ। ਸਾਡੇ ਵੇਖਣ ਵਿੱਚ ਸਾਡੇ 6-7 ਘਰ ਸੀ, 1-2 ਟੀਵੀ ਹੁੰਦੇ ਸੀ।
ਤੇ ਇਹ ਸਾਰਿਆਂ ਨੇ ਜਿਵੇਂ ਸਾਡੇ ਘਰੇ ਆਉਣਾ ਤੇ ਪੱਲੀ ਵਿਛਾ ਕੇ ਆਪਾਂ ਬੈਠ ਜਾਣਾ। ਬਿਲਕੁਲ ਅੱਜ ਮਹਾਭਾਰਤ ਆਉਣਾ, ਅੱਜ ਰਮਾਇਣ ਆਉਣੀ। ਬਿਲਕੁਲ ਉਹ ਪਹਿਲਾਂ ਹੀ ਇੰਤਜ਼ਾਰ ਰਹਿੰਦਾ ਸੀ, ਜਿੱਦਾਂ ਉਹਨਾਂ ਦਿਨਾਂ 'ਚ ਪੰਜਾਬੀ ਫਿਲਮ ਇੱਕ ਵੀਰਵਾਰ ਨੂੰ ਆਉਂਦੀ ਹੁੰਦੀ ਸੀ ਹਫ਼ਤੇ ਹਾਂਜੀ ਬਾਅਦ। ਹਾਂਜੀ ਹਾਂਜੀ ਉਹ ਹਫ਼ਤੇ ਬਾਅਦ ਸਾਰੀਆਂ ਜਿਹੜੀਆਂ ਸਵਾਣੀਆਂ ਵੀ ਸੀਗੀਆਂ ਉਹਨਾਂ ਨੇ ਕੰਮ ਕਰਨ ਵੇੜ ਕੇ ਕਹਿਣਾ ਜੀ ਹੁਣ ਫਿਲਮ ਆਉਣੀ ਆ, ਹਾਂਜੀ ਤੇ ਹਾਂਜੀ ਸਾਰੇ ਬੱਚੇ ਵੀ ਇੱਕਦਮ ਸਾਰੇ ਖਾ ਪੀ ਕੇ ਬੈਠ ਜਾਂਦੇ ਹੁੰਦੇ ਸੀਗੇ। ਹਾਂਜੀ ਹਾਂਜੀ ਤੇ ਉਹ ਇੱਕ ਮਾਹੌਲ ਸੀਗਾ ਜਿਹੜਾ ਸੰਯੁਕਤ ਪਰਿਵਾਰ ਵੀ ਕਹਿ ਲਓ, ਸੰਯੁਕਤ ਪਰਿਵਾਰ ਕਹਿ ਲਓ, ਹਾਂਜੀ ਹਾਂਜੀ। ਅੱਜ ਕੱਲ੍ਹ ਅਸੀਂ ਇਕੱਲੇ ਕਮਰੇ, ਜੇ ਅਸੀਂ ਘਰ ਦੇ ਵਿੱਚ 4 ਜੀ ਆ ਤੇ 4 ਦੇ 4 ਕਮਰੇ ਆ, ਤੇ ਉਹਦੇ ਕੱਲ ਇਕੱਲੇ ਟੀਵੀ ਲੱਗਿਆ, ਕੋਈ ਇੱਕ ਦੂਜੇ ਨਾਲ ਜਿਹੜਾ ਮੰਨ ਲਓ ਰਾਬਤਾ ਨੀਗਾ। ਤੇ ਉਹ ਜਿਹੜਾ ਪੁਰਾਣੇ ਦਿਨ ਸੀ ਕਿੱਦਾਂ ਦੇ ਚੰਗੇ ਸੀ, ਦਿਨ ਨਾ ਸਿੱਖਣ ਨੂੰ ਮਿਲਦਾ ਸੀ, ਬਹੁਤ ਸੋਹਣਾ ਸੀਗਾ। ਉਹ ਜਿਹੜੇ ਦਿਨ ਤੇ ਕਦੇ ਵਾਪਸ ਆਉਣੇ ਵੀ ਨਹੀਂ ਆ, ਉਸ ਦਿਨਾਂ ਨਾਲ ਸਾਨੂੰ ਹਲੇ ਵੀ ਲਗਾਵ ਆ। ਅਸੀਂ ਆਹ ਕੰਮ ਕਰਦੇ ਰਹੇ ਆ, ਅਬੇ ਚਾਚਾ ਤਾਇਆ ਨਾ ਕਰੋ ਜੂਠਾ ਖਾਂਦੇ ਰਹੇ ਆ, ਉਹਨਾਂ ਘਰ ਰੋਟੀ ਜਾ ਕੇ ਖਾਂਦੇ ਰਹੇ ਆ। ਬਿਲਕੁਲ ਪਰ ਅੱਜ ਕੱਲ ਅਸੀਂ ਨਹੀਂ ਮੰਨਦੇ ਵੀ ਸਾਡੇ ਜਿਹੜੇ ਬੱਚੇ ਕਿਸੇ ਹੋਰ ਨਾਲ ਰੋਟੀ ਖਾ ਲੈਣਗੇ। ਉਹ ਪਿਆਰ ਵੀ ਸੀਗਾ, ਪਿਆਰ ਸੀਗਾ, ਤਾਇਆ ਚਾਚਿਆਂ ਨਾਲ ਬੈਠ ਕੇ ਉਹਨਾਂ ਦੇ ਨਾਲ ਘੁੰਮਣਾ ਫਿਰਨਾ, ਉਹਨਾਂ ਦੇ ਮੋਢਿਆਂ ਤੇ ਚੜ ਕੇ ਘੁੰਮਣਾ, ਝੂਟੇ ਲੈਣੇ, ਬਹੁਤ ਸਾਰੀਆਂ ਗੱਲਾਂ ਸੀ। ਅੱਜ ਕੱਲ ਇਹ ਵੀ ਹੋ ਗਿਆ ਵੀ ਜਿੰਨੇ ਅਸੀਂ ਘਰ ਦੇ ਮੈਂਬਰ ਉਹਨੇ ਮੋਬਾਈਲ ਵਾ। ਹਰ ਕੋਈ ਆਪੋ ਆਪਣੇ ਕੰਮਾਂ ਵਿੱਚ ਬਿਜੀ ਆ ਜੀ। ਇਸ ਕਰਕੇ ਮੇਰਾ ਬਚਪਨ ਬੀਤਿਆ, ਮੈਂ ਤੇ ਬਹੁਤ ਕਿਸਮਤ ਵਾਲਾ ਸਮਝਦਾ ਵਾਂ ਕਿ ਅਸੀਂ ਬਲੈਕ ਐਂਡ ਵਾਈਟ ਟੀਵੀ ਵੀ ਦੇਖੇ ਆ, ਰੰਗੀਨ ਵੀ ਦੇਖ ਲਿਆ ਕਿ ਅਸੀਂ ਟੇਪਾਂ ਵੀ ਵੇਖੀਆਂ, ਸੀਡੀਆਂ ਵੇਖੀਆਂ, ਡੀਵੀਡੀਆਂ ਵੇਖੀਆਂ, ਉਸ ਤੋਂ ਆ ਕੇ ਮੋਬਾਈਲ ਦੇਖ ਲਏ। ਹੋਰ ਵੀ ਇਦਾਂ ਦੀਆਂ ਬਹੁਤ ਕੁਝ ਚੀਜ਼ਾਂ ਜੋ ਅਸੀਂ ਕਿਸਮਤ ਵਾਲੇ ਵੀ 2-2 3 ਚੀਜ਼ਾਂ ਵੇਖ ਲਈਆਂ, ਸਾਡੇ ਆਉਣ ਵਾਲੇ ਭਵਿੱਖ ਚੀਜ਼ਾਂ ਨਹੀਂ ਵੇਖਣੀਆਂ। ਬਿਲਕੁਲ ਉਹ ਜਿਹੜਾ ਅੱਜ ਦੇ ਬਚਪਨ ਨਾਲੋਂ ਬਚਪਨ ਸੁਹਾਣਾ ਸੀ, ਚੰਗਾ ਸੀ, ਸੋਹਣਾ ਸੀ, ਮੌਜਾਂ ਵਾਲਾ ਸੀ, ਤੇ ਸਰੀਰਕ ਤੌਰ ਤੇ ਮਾਨਸਿਕ ਵਿਕਾਸ ਵੀ ਹੁੰਦਾ ਸੀ, ਕਿਉਂਕਿ ਉਹ ਜਿਹੜੀਆਂ ਕਹਾਣੀਆਂ ਜਾਂ ਤਜਰਬੇ ਸੀਗੇ ਬਜ਼ੁਰਗਾਂ ਦੇ ਨਾਲ ਬੈਠ ਕੇ ਇੱਕ ਸੱਥਾਂ ਦੇ ਵਿੱਚ ਜਾਂ ਆਪਣੇ ਕਿਸੇ ਦਰਖਤਾਂ ਦੇ ਥੱਲੇ ਹੁੰਦੇ ਸੀ, ਤੇ ਉਹਨਾਂ ਨੂੰ ਇੱਕ ਦੂਜੇ ਨੂੰ ਕਹਾਣੀਆਂ, ਬੇਸ਼ੱਕ ਉਹ ਗੱਲਾਂ ਉਹ ਆਪਸ ਵਿੱਚ ਹੀ ਕਰਦੇ ਹੁੰਦੇ ਸੀ, ਬੱਚੇ ਤਾਂ ਸੁਣਦੇ ਸੀ ਤਾਂ ਉਹਨਾਂ ਤੇ ਪ੍ਰਭਾਵ ਜਿਹੜਾ ਪੈਂਦਾ ਸੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਪੜ੍ਹਾਈ ਲਿਖਾਈ ਦੀ। ਬਚਪਨ ਬੀਤੀ ਜਾਂਦਾ, ਪੜ੍ਹਾਈ ਲਿਖਾਈ ਕਿੱਥੋਂ ਸ਼ੁਰੂ ਹੁੰਦੀ ਆ? ਪ੍ਰਾਇਮਰੀ, ਹਾਈ ਸਕੂਲ ਜਾਂ ਕਾਲਜ ਲੈਵਲ ਜਿਹੜਾ ਗਿਆ ਸੀ, ਉਹ ਕਿੱਥੋਂ ਦੀ ਜਿਹੜੀ ਪੜ੍ਹਾਈ ਸੀਗੀ? ਮੈਂ ਜੀ ਪਿੰਡ ਰਤੰਗੜ ਵਿੱਚ ਪ੍ਰਾਇਮਰੀ ਸਕੂਲ ਹੁੰਦਾ ਸੀ ਜੀ। ਮੇਰੇ ਵੱਡੇ ਭੈਣ ਜੀ ਸੀ ਜਸਵੀਰ ਕੌਰ, ਕਿ ਜਿਨ੍ਹਾਂ ਨੇ ਮੈਨੂੰ ਸਕੂਲ ਨਾਲ ਲੈ ਕੇ ਜਾਣਾ ਜੀ। ਤੇ ਉਸ ਟਾਈਮ ਤੇ ਅਸੀਂ ਬੋਰੀਆਂ ਨਾ ਕੇ ਚ ਬੋਰੇ ਦੇ ਬਸਤੇ ਸੀਤੇ ਹੋਣੇ, ਪਾ ਕੇ ਜਾਣਾ। ਇੰਨਾ ਕਿ ਯਾਦ ਹੈ। ਬਾਅਦ ਵਿੱਚ ਮੈਨੂੰ ਥੋੜਾ ਜਿਹਾ ਫਿਰ ਅੰਗਰੇਜ਼ੀ ਸਕੂਲੇ ਪਾਤਾ, ਸਿੱਖ ਨੈਸ਼ਨਲ ਪਬਲਿਕ ਸਕੂਲ ਹਾਈ ਸਕੂਲ ਖਲਚੀਆਂ ਸੀ, ਉੱਥੇ ਆਪਣਾ 8ਵੀਂ ਤੱਕ ਦਾ ਸਫ਼ਰ ਪੂਰਾ ਕੀਤਾ। 8ਵੀਂ ਵਿੱਚ 7ਵੀਂ ਵਿੱਚ ਆਪਣਾ ਮਨ ਇੱਦਾਂ ਦਾ ਹੋ ਗਿਆ ਵੀ ਇਹ ਸਕੂਲੇ ਨਹੀਂ ਪੜ੍ਹਨਾ, ਕਿਉਂਕਿ ਉੱਥੇ ਸਖਤਾਈ ਹੁੰਦੀ ਸੀ, ਜਿਵੇਂ ਅੱਜ ਕੱਲ੍ਹ ਵੀ ਸਖਤਾਈ ਹੈ ਨਾ, ਪੜ੍ਹਾਈ ਜ਼ਿਆਦਾ ਹੁੰਦੀ ਸੀ, ਬੋਝ ਜ਼ਿਆਦਾ ਸੀ। ਤੇ ਸਾਡਾ ਮਨ ਲੱਗਣਾ, ਫਿਰ ਘਰਦਿਆਂ ਨੇ ਮੈਨੂੰ ਉੱਥੇ ਖਲਚੀਆਂ ਹਾਈ ਸਕੂਲੇ ਪਾਤਾ, ਉੱਥੋਂ ਮੈਂ 8ਵੀਂ ਫੇਲ ਹੋ ਗਿਆ। ਫਿਰ ਮੁੜ ਕੇ ਘਰਦਿਆਂ ਨੇ ਕਹਿ ਕਿਉਂਕਿ ਮੈਨੂੰ ਉੱਥੇ ਪਾਇਆ, ਤੇ ਉੱਥੋਂ ਮੈਂ ਸਿਰਫ 10 ਕਲਾਸਾਂ ਕੀਤੀਆਂ ਜੀ। ਅੱਗੇ ਮੇਰਾ ਪੜ੍ਹਨ ਵਾਸਤੇ ਬਿਲਕੁਲ ਦਿਲ ਨਹੀਂ ਕੀਤਾ ਵੀ। ਪੜ੍ਹਾਈ ਤੋਂ ਇੰਨਾ ਡਰ ਲੱਗਦਾ ਸੀ, ਬਹੁਤ ਹੀ ਡਰ ਲੱਗਦਾ ਸੀ। ਤੇ ਡੈਡੀ ਜੀ ਹੁਣ ਸਭ ਕਹਿੰਦੇ ਹੁੰਦੇ ਸੀ, ਪੁੱਤ ਪੜ੍ਹ ਲਓ, ਪੜ੍ਹਾਈਆਂ ਦੇ ਮੁੱਲ ਨੇ। ਤੇ ਉਹ ਗੱਲਾਂ ਸਾਨੂੰ ਅੱਜ ਯਾਦ ਆ ਰਹੀਆਂ ਕਿ ਉਸ ਸਮੇਂ ਅਸੀਂ 30 35 ਰੁਪਏ ਸਾਡੀ ਫੀਸ ਹੁੰਦੀ ਸੀ, ਤੇ ਅੱਜ ਸਾਡੇ ਇੱਕ ਬੱਚੇ ਦੀ 35 ਰੁਪਏ ਦੀ ਕਾਪੀ ਨਹੀਂ ਆ ਰਹੀ। ਬਿਲਕੁਲ ਅੱਜ ਕੱਲ੍ਹ 35,000 ਦੀ ਗੱਲ ਆ ਜੀ, 35,000 ਦੀ ਗੱਲ ਆ ਰਹੀ ਅੱਜ ਕੱਲ੍ਹ ਮਹੀਨੇ ਦੀ ਫੀਸ ਆ ਵੀ ਜਿਹੜਾ ਮਾੜੇ ਤੋਂ ਮਾੜਾ ਆਪਾਂ ਮਾਡਲ ਸਕੂਲ ਗੱਲ ਉਹਦੇ 3500 4000 ਫੀਸ ਆ। ਤੇ ਮੈਨੂੰ ਵੀ ਯਾਦ ਹੈ ਕਿ ਜਿਹੜੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸ਼ਾਇਦ 50 ਪੈਸੇ ਜਾਂ 60 ਪੈਸੇ ਫੀਸ ਚੰਦਾ ਹੁੰਦਾ ਸੀ, ਉਸ ਚੰਦਾ ਹੁੰਦਾ ਸੀ। ਹਾਂਜੀ ਚੰਦਾ ਨਹੀਂ ਹੁੰਦੀ ਸੀ, 1 ਜਾਂ 2 ਰੁਪਏ। ਹਾਂਜੀ ਉਹ ਦਿਨ ਸੀ। ਉਹ ਉਦੋਂ ਪੜ੍ਹਿਓ ਵੀ ਵਧੀਆ ਹੈ ਜੀ, ਗੱਲ ਕਰੀਏ ਉਦੋਂ ਦੀ ਪੜ੍ਹਾਈ ਵੀ ਚੰਗੀ ਸੀਗੀ। ਪਰ ਅੱਜ ਦੀ ਜਿਹੜੀ ਆ ਚਲੋ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਰਨ ਵੱਖਰਾ ਵਿਸ਼ਾ ਆ। ਜਿਹੜੀ ਸਰਕਾਰੀ ਸਕੂਲਾਂ ਦਾ ਕੀ ਹਾਲ ਹੋ ਗਿਆ, ਉਹ ਮਸਲਾ ਵੱਖਰਾ ਆ। ਆਪਾਂ ਅੱਜ ਗੱਲ ਤੁਹਾਡੇ ਬਾਰੇ ਕਰਦੇ ਆ, ਤੁਹਾਡੀ ਗੱਲ ਆ। ਤੇ ਉਸ ਤੋਂ ਬਾਅਦ ਫਿਰ ਜਿਹੜੀ 10ਵੀਂ ਕਰ ਲਈ, ਫਿਰ 10ਵੀਂ ਤੋਂ ਬਾਅਦ ਕੋਈ ਆਪਾਂ ਕਹਿ ਲਓ ਕਿ ਬਹੁਤ ਹਾਈ ਕਲਾਸ ਤਾਂ ਨਹੀਂ ਸੀਗੀ ਇਹ। ਫਿਰ ਨੌਕਰੀ ਲਈ ਵੀ ਮਾਰੀਆਂ ਹੋ ਗਿਆ ਟੱਕਰਾਂ। ਪੜ੍ਹਾਈ ਮਾਪੇ ਪੜ੍ਹਾਈ ਨੂੰ ਕਹਿੰਦੇ ਹੋਣੇ ਆ, ਪੜ੍ਹਾਈ 'ਚ ਦਿਲ ਹੀ ਲੱਗਦਾ ਸੀ। ਪੜ੍ਹਾਈ ਤੋਂ ਛੁਟਕਾਰੇ ਲਈ ਫਿਰ ਨੌਕਰੀ ਵੱਲੋਂ ਦੌੜੇ ਜਾਂ ਖੇਤੀਬਾੜੀ ਜਾਂ ਹੋਰ ਕੋਈ ਕੰਮ ਕਰ ਸ਼ੁਰੂ ਕੀਤਾ। ਉਸ ਤੋਂ ਬਾਅਦ ਵਿੱਚ ਜੀ ਮੈਨੂੰ ਘਰ ਦੇ ਕਹਿੰਦੇ ਰਹੇ ਕਿ ਤੂੰ ਪੁੱਤ ਪੜ੍ਹ ਲੈ। ਤੇ ਪੜ੍ਹਾਈ ਤੋਂ ਮੈਂ ਦੱਸਿਆ ਵੀ ਕਹਿ ਚੁੱਕਾ, ਮੈਨੂੰ ਡਰ ਹੀ ਬੜਾ ਲੱਗਦਾ ਹੁੰਦਾ ਸੀ। ਫਿਰ ਮੇਰਾ ਇੱਕ ਦੋਸਤ ਹੁੰਦਾ ਸੀ ਪਿੰਡ, ਤੇ ਉਹ ਉੱਥੇ ਪੁਰਾਣੀ ਦਿੱਲੀ ਵਿੱਚ ਪੋਕਲੈਂਡ ਆਪਰੇਟਰ ਸੀ ਜੀ। ਉਸ ਸਮੇਂ ਜਿਸ ਸਮੇਂ ਮੈਂ ਉੱਥੇ ਗਿਆ ਸੀ, ਉਹ ਪੁਰਾਣੀ ਦਿੱਲੀ ਦਾ ਇੱਕ ਮੈਟਰੋ ਸਟੇਸ਼ਨ ਆ, ਉੱਥੇ ਥੱਲੇ ਸਟੇਸ਼ਨ ਬਣ ਰਿਹਾ ਸੀ ਮੈਟਰੋ ਦਾ ਉਸ ਟਾਈਮ 'ਤੇ। ਮੈਂ ਉੱਥੇ ਉਹਨਾਂ ਨਾਲ ਚੱਲ ਗਿਆ, ਉੱਥੇ ਸਿੱਖਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਕੁਝ ਉਹ ਵੀ ਸਿਖਾ ਨਹੀਂ ਪਾਏ ਵੀ। ਹੋ ਸਕਦਾ ਵੀ ਜਿਵੇਂ ਅੱਜ ਕੱਲ੍ਹ ਕਹਿੰਦੇ ਕੋਈ ਸਾਡੇ ਬਰਾਬਰ ਨਾ ਹੋਵੇ ਵੀ ਉਹ ਹਿਸਾਬ ਨਾਲ ਹਾਂਜੀ। ਤਾਂ ਮੈਂ ਫਿਰ ਉੱਥੋਂ ਵੀ ਮਨ ਨਹੀਂ ਲੱਗਾ, ਉੱਥੋਂ ਵੀ ਹੱਥ ਖਾਲੀ ਕਰਕੇ ਵਾਪਸ ਆ ਗਿਆ। ਅਚਾਨਕ ਹੀ ਮੈਂ ਆਇਆ ਵਾਂ ਪਿੰਡ, ਤੇ ਰਾਤ ਨੂੰ ਸਾਡੇ ਮਾਮਾ ਜੀ ਲੱਗਦੇ ਆ ਪਿੰਡ ਸੱਕਿਆਂ ਵਾਲੀ ਤੋਂ, ਉਹਨਾਂ ਦਾ ਫੋਨ ਆਇਆ ਮੇਰੇ ਪਿਤਾ ਜੀ ਨੂੰ, ਉਹ ਪੁਲਿਸ ਵਿੱਚ ਸੀ। ਮੈਨੂੰ ਕਹਿੰਦੇ ਕਿ ਆਰਮੀ ਦੀ ਭਰਤੀ ਆਈ ਆ ਤੇ ਬੱਚੇ ਨੂੰ ਵਿਖਾ ਦਿਓ। ਠੀਕ ਹੈ ਜੀ। ਰਾਤ 10 ਵਜੇ ਫੋਨ ਆਇਆ ਵਾ, ਮੈਂ ਪੂਰੀ ਰਾਤ ਨਹੀਂ ਸੁੱਤਾ ਟੈਨਸ਼ਨ ਵਿੱਚ, ਜਿਵੇਂ ਹੋ ਜਾਂਦਾ ਵੀ ਇੱਕਦਮ ਹੀ ਵੀ ਹਾਂ ਵੀ ਹੁਣ ਕੱਲ ਨੂੰ ਕੀ ਹੋਊਗਾ। ਤੇ ਚਲੋ ਸਵੇਰੇ ਗਏ, ਟ੍ਰਾਇਲ ਹੋਏ, ਟ੍ਰਾਇਲ ਦੌੜ ਮੇਰੀ ਚੰਗੀ ਸੀ ਤੇ ਦੌੜ ਪਾਸ ਕੀਤੀ। ਫਿਰ ਚਲੋ ਮਹਾਰਾਜ ਨੇ ਇੰਨੀ ਹੁਕਮ ਕਰਤਾ
ਤੇ ਉਹਨਾਂ ਦੇ ਹੁਕਮ ਨਾਲ ਆਪਾਂ ਇੰਡੀਅਨ ਆਰਮੀ ਜੁਆਇਨ ਕਰ ਲਈ ਜੀ। ਉਹਦਾ ਵੀ ਕੱਦ ਕਾਠ ਦੇ ਲੰਬੇ ਚੌੜੇ ਸੀਗੇ ਉਦੋਂ। ਹਾਂਜੀ, ਹਾਂਜੀ। ਉਹ ਜਿਹੜੀ ਆ ਇੱਕ ਸਿਪਾਹੀ ਦੀ ਜਾਂ ਕਹਿ ਲਓ ਭਰਤੀ ਜਿਹੜੀ ਸੀਗੀ, ਹਾਂਜੀ, ਉਹਦੇ ਹਾਂਜੀ। ਤੁਸੀਂ ਫਿੱਟ ਹੀ ਵੇਂਦੇ ਸੀਗੇ। ਹਾਂਜੀ, ਹਾਂਜੀ। ਜੀ। ਫਿਰ ਤੇ ਮੈਂ ਬੜੀ ਕਿਸਮਤ ਵਾਲਾ ਸੀ ਕਿ ਮੈਂ ਇੰਜੀਨੀਅਰ ਗਰੁੱਪ ਵਿੱਚ ਗਿਆ ਜੀ। ਬੰਗਾਲ ਇੰਜੀਨੀਅਰ ਗਰੁੱਪ ਵਿੱਚ ਗਿਆ ਤੇ ਮੈਂ ਬੜਾ ਕਿਸਮਤ ਵਾਲਾ ਸਮਝਦਾ ਕਿ ਮੈਨੂੰ ਮਹਾਰਾਜ ਨੇ ਬੰਗਾਲ ਇੰਜੀਨੀਅਰ ਗਰੁੱਪ ਨੂੰ ਗੋਦ ਦਿੱਤਾ ਜੀ। ਤੇ ਉਸ ਤੋਂ ਬਾਅਦ ਕਿੰਨਾ ਚਿਰ ਉੱਥੇ ਜਿਹੜੀ ਆਰਮੀ ਦੀ ਨੌਕਰੀ ਕੀਤੀ ਤੇ ਉਸ ਅੱਜ ਕੱਲ੍ਹ ਫਿਰ ਕੀ ਕਰ ਰਹੇ ਹੋ? ਮੈਂ ਇੰਡੀਅਨ ਆਰਮੀ ਨੌਕਰੀ 17 ਸਾਲ ਤੇ 3 ਮਹੀਨੇ ਕੀਤੀ ਹੈ ਜੀ। ਜੀ। ਔਰ ਮੈਂ ਇੱਕ ਹੋਰ ਖੁਸ਼ਕਿਸਮਤ ਸਮਝਦਾ ਕਿ ਸਾਡੀ ਜਿਹੜੀ ਰੈਜੀਮੈਂਟ ਹੁੰਦੀ 65 ਇੰਜੀਨੀਅਰ ਰੈਜੀਮੈਂਟ ਹੁੰਦੀ ਸੀ, ਇੱਕ ਸਪੈਸ਼ਲ ਰੈਜੀਮੈਂਟ ਸੀ ਜੀ। ਆਰਮੀ ਵਿੱਚ 3-4 ਸਪੈਸ਼ਲ ਯੂਨਿਟਾਂ ਨੇ, ਸਾਡੀ 65 ਇੰਜੀਨੀਅਰ ਰੈਜੀਮੈਂਟ ਸਪੈਸ਼ਲ ਯੂਨਿਟ ਸੀ। ਉਸ ਨੇ ਮੈਨੂੰ ਆਪਣੇ ਪੁੱਤਰਾਂ ਵਾਂਗ ਰੱਖਿਆ ਉਸ ਰੈਜੀਮੈਂਟ ਨੇ। ਮੇਰੇ ਤੇ ਬਹੁਤ ਦੁੱਖ ਤਕਲੀਫਾਂ ਆਈਆਂ, ਮੇਰੇ ਲੱਕ ਸੱਟ ਲੱਗੀ, ਮੇਰੀ ਉਸ ਰੈਜੀਮੈਂਟ ਨੇ ਮੈਨੂੰ ਪਾਸੇ ਐ ਨਹੀਂ ਹੋਣ ਦਿੱਤਾ ਮੈਨੂੰ, ਕਿਉਂਕਿ ਮੈਂ ਆਪਣੇ ਮਾਂ ਪਿਓ ਛੱਡ ਕੇ ਉਹਨਾਂ ਦੇ ਕੋਲ ਰਹਿ ਰਿਹਾ ਸੀ, ਉਹ ਵੀ ਮੇਰੇ ਮਾਂ ਪਿਓ ਸੀ। ਬਿਲਕੁਲ ਜੀ। ਇਸ ਕਰਕੇ ਉਹਨਾਂ ਨੇ ਮੈਨੂੰ ਵੱਧ ਤੋਂ ਵੱਧ ਬੜਾ ਮੇਰਾ ਟ੍ਰੀਟਮੈਂਟ ਕਰਵਾਇਆ। ਅੱਜ ਉਹਨਾਂ ਦੀ ਸਦਕਾ ਮੈਂ 17 ਸਾਲ ਤੇ 3 ਮਹੀਨੇ ਕਰਕੇ ਰਿਟਾਇਰਮੈਂਟ ਹੋ ਗਿਆ ਜੀ। ਠੀਕ ਹੈ। ਉਹ ਰਿਟਾਇਰਮੈਂਟ ਲੈ ਲਈ ਸੀ ਜਾਂ ਉਹ ਆਪਾਂ ਫਿਰ ਇੰਨੀ ਜੌਬ ਹੀ ਇੰਨੀ ਸੀਗੀ ਜਾਂ ਰਿਟਾਇਰਮੈਂਟ ਆਪ ਲੈ ਲਈ ਸੀਗੀ ਸੱਟ ਲੱਗਣ ਕਾਰਨ? ਸੱਟ ਲੱਗਣ ਕਰਕੇ ਮੈਂ ਥੋੜਾ ਮੈਡੀਕਲ ਅਨਫਿਟ ਹੋ ਗਿਆ ਸੀ ਤੇ ਮੈਡੀਕਲ ਅਨਫਿਟ ਕਰਕੇ ਹੋਣ ਕਰਕੇ ਤੇ ਜਿਹੜਾ ਸਾਡਾ ਇੱਕ ਟ੍ਰੇਡ ਵੀ ਹੁੰਦੇ ਨੇ, ਉਹਦੇ ਵਿੱਚ ਕੋਈ 17 ਸਾਲ ਸਰਵਿਸ ਹੁੰਦੀ ਹੈ, ਕਿਸੇ ਦੀ 20 ਸਾਲ ਹੁੰਦੀ ਆ, ਤੇ ਸਾਡਾ ਟ੍ਰੇਡ ਹੀ ਇਦਾਂ ਦਾ ਸਾਨੂੰ 17.5 ਸਾਲ ਹੀ ਨੌਕਰੀ ਕਰਨ ਦਾ ਮੌਕਾ ਮਿਲਿਆ ਜੀ। ਉਹ ਤੋਂ ਬਸ ਰਿਟਾਇਰਮੈਂਟ ਅਸੀਂ ਕਿਸਮਤ ਵਾਲੇ ਹਾਂ ਜੀ, ਬਹੁਤ ਵਧੀਆ ਅਸੀਂ ਨੌਕਰੀ ਕਰਕੇ ਆਏ। ਉਹ ਆਪਣਾ ਫਰਜ਼ ਪੂਰਾ ਉੱਥੇ ਆਪਣਾ ਨੌਕਰੀ ਨਿਭਾ ਕੇ ਆਏ। ਹਾਂਜੀ, ਹਾਂਜੀ, ਸੇਵਾ ਨਿਭਾ ਕੇ। ਅੱਜ ਕੱਲ ਫਿਰ ਕੀ ਕਰ ਰਹੇ ਹੋ ਹੁਣ ਜਿਹੜੀ ਉਸ ਤੋਂ ਬਾਅਦ? ਕਿਉਂਕਿ ਆਰਮੀ ਵਾਲੇ ਜ਼ਿਆਦਾਤਰ ਜਾਂ ਬੈਂਕ ਦੇ ਵਿੱਚ ਜੌਬ ਕਰ ਲੈਂਦੇ ਆ ਜਾਂ ਪੰਜਾਬ ਪੁਲਿਸ 'ਚ ਹੋਰ ਵੀ ਜਿਹੜੇ ਇਹਨਾਂ ਨੂੰ ਤੁਹਾਨੂੰ ਮਿਲ ਜਾਂਦੀਆਂ ਨੌਕਰੀਆਂ, ਤੁਸੀਂ ਅੱਜ ਕੱਲ ਕੀ ਕਰ ਰਹੇ ਹੋਗੇ? ਦੇਖੋ, ਜਦੋਂ ਕੋਈ ਆਰਮੀ ਦਾ ਕੋਈ ਜਵਾਨ ਪੈਨਸ਼ਨ ਆਉਂਦਾ ਵਾ, ਸਭ ਤੋਂ ਵੱਡੀ ਗੱਲ ਆ ਉਸ ਨਾ ਤੇ ਇੱਧਰ ਜੋਗਾ ਰਹਿੰਦਾ ਨਾ ਉਧਰ ਜੋਗਾ ਰਹਿੰਦਾ ਜੀ। 17-34 ਮੈਂ ਹੁਣ 36 ਸਾਲ ਦੀ ਵਿੱਚ ਪੈਨਸ਼ਨ ਆ ਗਿਆ ਜੀ। ਕਿ ਬੱਚੇ ਹੋ ਗਏ, ਬਿਲਕੁਲ ਬੱਚੇ ਹੋ ਗਏ, ਸਾਡਾ ਫਿਰ ਖਰਚਾ ਪੂਰਾ ਨਹੀਂ ਉਸ ਟਾਈਮ ਹੁੰਦਾ, ਪੈਨਸ਼ਨ ਘੱਟ ਹੋ ਜਾਂਦੀ। ਉਸ ਤੋਂ ਬਾਅਦ ਚਲੋ ਇੰਡੀਅਨ ਆਰਮੀ ਵਿੱਚ ਇਹ ਸਭ ਤੋਂ ਵੱਡੀ ਫੈਸਿਲਿਟੀ ਆ ਕਿ ਇੰਡੀਅਨ ਆਰਮੀ ਦੇ ਜਵਾਨ ਨੂੰ ਵਿਹਲੇ ਬਹਿਣ ਦਾ ਮੌਕਾ ਨਹੀਂ ਮਿਲਦਾ। ਤੇ ਇਸ ਟਾਈਮ ਤੇ ਮੈਂ ਪੰਜਾਬ ਸਰਵਿਸ ਸੈਨਿਕ ਕਾਰਪੋਰੇਸ਼ਨ ਵਿੱਚ ਡਿਊਟੀ ਕਰ ਰਿਹਾ ਹਾਂ। ਉਹ ਵੀ ਸਾਡਾ ਮਹਿਕਮਾ ਪੰਜਾਬ ਪੁਲਿਸ ਦੇ ਵਾਂਗੂ ਹੀ ਆ ਤੇ ਆਪਣਾ ਉਹਨੂੰ ਪੈਸਕੋ ਕਹਿ ਦਿੰਦੇ ਆਪਾਂ ਜੀ। ਪੈਸਕੋ, ਠੀਕ ਹੈ, ਪੈਸਕੋ ਕਹਿ ਦਿੰਦੇ ਆਪਾਂ। ਤਾਂ ਇਸ ਟਾਈਮ ਮੈਂ ਅੰਮ੍ਰਿਤਸਰ ਵਿੱਚ ਹੀ ਆ, ਆਪਣਾ ਗੋਲਬਾਗ ਇੱਕ ਰੈਸਲਿੰਗ ਸਟੇਡੀਅਮ ਆ, ਉਹਦੇ ਵਿੱਚ ਆਪਣੀ ਫਰਜ਼ ਨਿਭਾ ਰਹੇ ਆਪਾਂ, ਡਿਊਟੀ ਕਰ ਰਹੇ ਹਾਂ। ਚਲੋ, ਤੁਸੀਂ ਦੇਸ਼ ਦੀ ਸੇਵਾ ਕਰ ਰਹੇ ਹੋ ਨਾਲ ਦੀ ਨਾਲ, ਤੇ ਨਾਲ ਦੀ ਨਾਲ ਸਾਹਿਤ ਦੀ ਸੇਵਾ ਕਰ ਰਹੇ ਹੋ। ਇਹਦੇ ਨਾਲ ਹੀ ਆਪਾਂ ਤੁਹਾਡੇ ਬਾਰੇ ਵੀ ਗੱਲਾਂ ਕਰਾਂਗੇ। ਆਪਾਂ ਗੱਲ ਕਰ ਰਹੇ ਸਾਹਿਤ ਬਾਰੇ ਵੀ ਗੱਲ ਕਰਦੇ ਹਾਂ, ਤੁਹਾਡੀ ਜਿਹੜੀ ਕਵਿਤਾ ਬਾਰੇ ਵੀ। ਤੇ ਪਹਿਲਾਂ ਆਪਾਂ ਦਰਸ਼ਕੋ ਇਹਨਾਂ ਦੇ ਨਾਲ ਕਵਿਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਆਪਾਂ ਇਹਨਾਂ ਕੋਲ ਕਵਿਤਾ ਹੀ ਸੁਣ ਲੈਂਦੇ ਆ। ਇੱਕ ਜਿਹੜੀ ਕਵਿਤਾ ਆਪਾਂ ਜਿਹੜੀ ਦਿਲਰਾਜ ਜੀ ਉਹਨਾਂ ਤੋਂ ਸੁਣਦੇ ਆ। ਹਾਂਜੀ, ਦੇਖੋ, ਅੱਜ ਕੱਲ ਜਿਵੇਂ ਆਪਾਂ ਕਹਿ ਦਿੰਦੇ ਵੀ ਰੁਪਈਆ ਹੀ ਆ ਜੀ। ਜੀ। ਅੱਜ ਕੱਲ ਮੁੱਲ ਪੈਸੇ ਦਾ ਹੀ ਆ ਜੀ। ਤੇ ਆਪਾਂ ਪੈਸੇ ਉੱਤੇ ਕਿਉਂ ਨਾ ਗੱਲ ਕਰ ਲਈਏ? ਹਾਂ, ਬਿਲਕੁਲ ਜੀ। ਕਿਉਂਕਿ ਮੈਨੂੰ ਬੋਲਣਾ ਨਹੀਂ ਆਉਂਦਾ ਜ਼ਿਆਦਾ। ਨਹੀਂ, ਬਹੁਤ ਵਧੀਆ ਬੋਲਦਾ ਹੋ ਇਸ ਤਰ੍ਹਾਂ ਦਾ। ਮੈਨੂੰ ਬੋਲਣਾ ਨਹੀਂ, ਤੇ ਕਵਿਤਾਵਾਂ ਬੋਲਣਾ ਨਹੀਂ ਆਉਂਦੀਆਂ। ਚਲੋ, ਮੈਂ ਫੇਰ ਵੀ ਕੋਸ਼ਿਸ਼ ਕਰੂੰਗਾ। ਠੀਕ ਹੈ ਜੀ। ਠੀਕ ਹੈ। ਕਹਿੰਦਾ ਕਿ ਅੱਜ ਕੱਲ ਲੋਕਾਂ ਦੀ ਬਣਿਆ ਜਿੰਦ ਜਾਨ ਰੁਪਈਆ ਹੈ। ਕੀ ਬਾਤ ਹੈ, ਬਹੁਤ ਵਧੀਆ। ਅੱਜ ਕੱਲ ਲੋਕਾਂ ਦੀ ਬਣਿਆ ਜਿੰਦ ਜਾਨ ਰੁਪਈਆ ਹੈ ਜੀ, ਕਿਉਂਕਿ ਸਭ ਦਾ ਹੀ ਹੁਣ ਤਾਂ ਭਗਵਾਨ ਰੁਪਈਆ ਹੈ। ਬਹੁਤ ਵਧੀਆ ਜੀ। ਜ਼ਿੰਦਗੀ ਦੀ ਜ਼ਰੂਰਤ ਹੈ, ਮੰਨਦੇ ਹਾਂ ਆਪਾਂ। ਹਾਂ, ਜ਼ਿੰਦਗੀ ਦੀ ਜ਼ਰੂਰਤ ਹੈ, ਮੰਨਦੇ ਹਾਂ ਆਪਾਂ, ਪਰ ਮੰਨਣਾ ਪੈਣਾ ਮੌਤ ਦਾ ਸਮਾਨ ਰੁਪਈਆ ਹੈ। ਵਾਹ ਵਾਹ, ਕੀ ਬਾਤ ਹੈ ਜੀ, ਬਹੁਤ ਵਧੀਆ। ਧੰਨਵਾਦ ਜੀ। ਜੀ। ਸਾਂਭ ਕੇ ਰੱਖੇ ਇੱਥੇ ਹਰ ਕੋਈ ਇਸ ਨੂੰ, ਸਾਂਭ ਕੇ ਰੱਖੇ ਇੱਥੇ ਹਰ ਕੋਈ ਇਸ ਨੂੰ, ਵਿਰਲਾ ਹੀ ਕਰਦਾ ਕੋਈ ਦਾਨ ਰੁਪਈਆ ਹੈ। ਜੀ, ਬਹੁਤ ਅੱਛੇ। ਇਹ ਵੀ ਅਸੀਂ ਆਪਾਂ ਗੱਲ ਕਰ ਲਈਏ ਕਿ ਭਿਖਾਰੀ ਨੂੰ ਦੇਣ ਵਾਸਤੇ ਜੀ 25 ਪੈਸੇ ਜਾਂ 1 ਰੁਪਈਆ ਲੱਭਦੇ ਆ। ਬਿਲਕੁਲ ਦੇ ਲੱਭਦੇ ਆ। ਹਾਂਜੀ। ਤੇ ਅੱਗੇ ਕਹਿੰਦਾ ਵੀ ਉੱਠ ਕੇ ਡਿੱਗੇ ਅਕਸਰ ਉਸ ਦੇ ਮੂਹਰੇ, ਜਿਵੇਂ ਕੱਲ ਹੀ ਖਬਰਾਂ ਆਉਣ ਡੀਆਂ ਸੀ ਕਿ ਇਹ ਆਪਣਾ 76 ਰੁਪਏ ਹੋ ਗਿਆ, ਡਾਲਰ ਹੋ ਗਿਆ ਡਾਲਰ। ਹਾਂਜੀ, ਬਿਲਕੁਲ। ਉੱਠ ਕੇ ਡਿੱਗੇ ਅਕਸਰ ਉਸ ਦੇ ਮੂਹਰੇ, ਡਾਲਰ ਹੱਥੋਂ ਰਹਿੰਦਾ ਬੜਾ ਪਰੇਸ਼ਾਨ ਰੁਪਈਆ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ। ਸੋਚੀ ਨਾ ਐ ਦਿਲ ਉਸ ਨੂੰ ਹੈ ਮੁਹੱਬਤ ਤੇਰੇ ਨਾਲ। ਕੀ ਬਾਤ ਹੈ। ਸੋਚੀ ਨਾ ਦਿਲ ਉਸ ਨੂੰ ਹੈ ਮੁਹੱਬਤ ਤੇਰੇ ਨਾਲ, ਤੇਰੀ ਤਾਂ ਮਹਿਬੂਬਾ ਦਾ ਅਰਮਾਨ ਰੁਪਈਆ। ਕੀ ਬਾਤ ਹੈ ਜੀ, ਬਹੁਤ ਵਧੀਆ। ਮੇਰੇ ਹੱਕ ਵਿੱਚ ਖੜੇ ਸੀ ਜਿਹੜੇ ਪਾਸਾ ਵੱਟ ਗਏ ਨੇ ਜੀ, ਮੇਰੇ ਹੱਕ ਵਿੱਚ ਖੜੇ ਸੀ ਜਿਹੜੇ ਪਾਸਾ ਵੱਟ ਗਏ ਨਹੀਂ, ਸਭ ਦੀ ਪਿੱਠ ਲਵਾਵੇ ਬੜਾ ਸ਼ੈਤਾਨ ਰੁਪਈਆ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ। ਤੇ ਅੱਗੇ ਕਹਿੰਦਾ ਜੀ ਅਖੀਰ ਵਿੱਚ, ਤੈਨੂੰ ਕੀ ਇਹ ਦਰਦੀ ਤੂੰ ਸਰਕਾਰੀ ਨੌਕਰ ਹੈ ਜਦ ਤੱਕ,
ਤੈਨੂੰ ਕੀ ਦਰਦੀ ਤੂੰ ਸਰਕਾਰੀ ਨੌਕਰ ਹੈ ਜਦ ਤੱਕ ਤੇਰੇ ਤੇ ਹੋਇਆ ਰਹਿਣਾ ਮਿਹਰਬਾਨ ਰੁਪਈਆ ਬਹੁਤ ਵਧੀਆ ਤੇਰੇ ਤੇ ਹੋਇਆ ਰਹਿਣਾ ਮਿਹਰਬਾਨ ਰੁਪਈਆ। ਵੈਸੇ ਤੁਸੀਂ ਝੂਠ ਹੀ ਬੋਲ ਰਹੇ ਸੀ, ਕਵਿਤਾ ਬਹੁਤ ਵਧੀਆ ਪੜ੍ਹੀ ਹੈ, ਕਹਿੰਦੇ ਸੀ ਵੀ ਨਹੀਂ ਬੋਲਣਾ ਆਉਂਦਾ, ਇਹ ਜਿਹੜੇ ਲਹਿਜੇ ਵਿੱਚ ਪੜ੍ਹੀ ਆ ਬੜੇ ਚੰਗੇ ਆ, ਇੱਕ ਪ੍ਰਪੱਕ ਕਵੀ ਦੇ ਵਾਂਗੂ ਹੀ ਕਵਿਤਾ ਪੜ੍ਹੀ ਆ। ਤੇ ਦਿਲਰਾਜ ਜੀ ਗੱਲਾਂ ਬਾਤਾਂ ਆਪਾਂ ਇੱਦਾਂ ਹੀ ਕਰਦੇ ਰਵਾਂਗੇ, ਇੱਕ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਦਰਸ਼ਕੋ ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਇੱਕ ਥੋੜੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਮਿਲਦੇ ਆ, ਇਸ ਤਰ੍ਹਾਂ ਬਣੇ ਰਹਿਣਾ। ਨਿਕਲਦੇ ਯਾਰੋ ਚੰਗਿਆੜੇ ਅੱਗ ਦੇ, ਜੁੱਸਿਆਂ ਦੇ ਨਾਲ ਵੇਖੋ ਜੁੱਸੇ ਖਹਿੰਦੇ ਆ। ਜਦੋਂ ਕੌਡੀ ਦੇ ਮੈਦਾਨਾਂ ਵਿੱਚ ਖੇਡਦੇ ਪੰਜਾਬੀ, ਫਿਰ ਬੁਲਟਾਂ ਤੋਂ ਵੱਧ ਕੇ ਪਟਾਕੇ ਪੈਂਦੇ ਆ। ਹੋ ਜਾਓ ਤਿਆਰ ਪੰਜਾਬੀਓ, ਹੁਣ ਨਿਊਯਾਰਕ 'ਚ ਪੈਣਗੇ ਕਬੱਡੀ ਦੇ ਪਟਾਕੇ। NYC ਕਬੱਡੀ ਕਲੱਬ ਨਿਊਯਾਰਕ ਵੱਲੋਂ 10 ਜੁਲਾਈ 2022 ਦਿਨ ਐਤਵਾਰ ਨੂੰ ਕਬੱਡੀ ਦੇ ਸ਼ਹੀਦ ਸਵਰਗਵਾਸੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਸ਼ਾਨਦਾਰ ਨਿਊਯਾਰਕ NYC ਕਬੱਡੀ ਟੂਰਨਾਮੈਂਟ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨਹੀਂ ਹੋਏ ਨੀ ਗੱਲ ਸੁਣ ਮੁਟਿਆਰੇ, ਹੱਥ ਮਾਰ ਕੇ ਪੱਟਾਂ ਤੇ। ਇਸ ਸ਼ਾਨਦਾਰ ਕਬੱਡੀ ਟੂਰਨਾਮੈਂਟ ਵਿੱਚ ਦੁਨੀਆ ਭਰ ਦੇ ਕਬੱਡੀ ਸੁਪਰਸਟਾਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਪਹੁੰਚਣਗੇ। ਖੇਡ ਮੈਦਾਨ 'ਚ ਜੁੱਸਿਆਂ ਨਾਲ ਜੁੱਸੇ ਭਿੜਦੇ ਦੇਖਣ, ਕਬੱਡੀ ਦੇ ਪਟਾਕੇ ਸੁਣਨ ਅਤੇ ਆਪਣੇ ਚਹੇਤੇ ਖਿਡਾਰੀਆਂ ਨੂੰ ਲਾਗਿਓਂ ਤੱਕਣ ਲਈ ਟੂਰਨਾਮੈਂਟ ਦੇਖਣ ਜ਼ਰੂਰ ਪਹੁੰਚੋ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ईस्ट कोस्ट दी शानदार ट्रकिंग कंपनी टिब्बी एक्सप्रेस इंक न्यू जर्सी, पेंसिल्वेनिया, ओहायो, इंडियाना कंटकी वास्ते पक्के अते बैंक एंड फोर्थ लोड डेडिकेटेड रन एंड हुकअप ड्रॉप दी सुविधा। नवे ट्रक अते ड्राइवरां नू वधिया रेट, 6 महीने बाद ड्राइवर भरावां नू बोनस। सवेर तो शाम तक लोकल काम करन वाले ड्राइवरां वीरां नू $25 प्रति घंटा। न्यू जर्सी, पेंसिल्वेनिया, ओहायो, इंडियाना कंटकी वास्ते लोकल काम लई ड्राइवर वीर संपर्क करो। कॉल हैप्पी टिब्बी 609 947 4777। ਮੈਟਾਵਨ ਡੇ ਕੇਅਰ ਸੈਂਟਰ ਇੱਕ ਮੈਡੀਕਲ ਡੇ ਕੇਅਰ ਪ੍ਰੋਗਰਾਮ ਹੈ ਜੋ ਮੈਟਾਵਨ ਅਤੇ ਆਸ-ਪਾਸ ਦੇ ਖੇਤਰਾਂ ਦੀ ਸੇਵਾ ਕਰਦਾ ਹੈ। ਇੱਥੇ ਲਾਇਸੈਂਸਸ਼ੁਦਾ ਨਰਸਿੰਗ ਕਰਮਚਾਰੀ, ਲਾਇਸੈਂਸਸ਼ੁਦਾ ਸੋਸ਼ਲ ਵਰਕਰ, ਪ੍ਰਮਾਣਿਤ ਡਾਈਟੀਸ਼ੀਅਨ, ਗਤੀਵਿਧੀਆਂ ਦੇ ਨਿਰਦੇਸ਼ਕ, ਤੁਹਾਡੀ ਸਿਹਤ ਸਥਿਤੀਆਂ ਦੀ ਨਿਗਰਾਨੀ, ਸਰੀਰਕ ਅਤੇ ਕਿੱਤਾ-ਮੁਖੀ ਥੈਰੇਪੀ ਦਾ ਤਾਲਮੇਲ, ਗਰੁੱਪ ਐਕਟੀਵਿਟੀ, ਐਕਸਰਸਾਈਜ਼, ਆਰਟ ਅਤੇ ਹੋਰ ਵੀ ਬਹੁਤ ਕੁਝ। ਤੁਹਾਡੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੀ ਮੋਨੀਟਰਿੰਗ, ਡੋਰ ਟੂ ਡੋਰ ਟਰਾਂਸਪੋਰਟੇਸ਼ਨ ਦੀ ਸੁਵਿਧਾ ਦੇ ਨਾਲ ਗਰਮ ਤੇ ਪੌਸ਼ਟਿਕ ਨਾਸ਼ਤਾ ਤੇ ਲੰਚ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਸਾਡਾ ਸਟਾਫ ਖਰੀਦਦਾਰੀ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਹੈ। ਸਾਡੇ ਨਾਲ ਹੇਠ ਲਿਖੇ ਪਤੇ ਤੇ ਸੰਪਰਕ ਕਰੋ। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ, ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ट्री रोड, इस्लिन, न्यू जर्सी। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ट्री रोड, इस्लिन, न्यू जर्सी।
ਬਾਜ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ। ਪ੍ਰੋਗਰਾਮ ਚੱਲ ਰਿਹਾ ਖਾਸ ਮੁਲਾਕਾਤ ਤੇ ਅੱਜ ਦੇ ਸਾਡੇ ਮਹਿਮਾਨ ਨੇ ਦਿਲਰਾਜ ਸਿੰਘ ਦਰਦੀ ਜੀ। ਦਰਦੀ ਜੀ ਹੁਣਾਂ ਨੇ ਆਪਣੀ ਕਵਿਤਾ ਦੀ ਸਾਂਝ ਦਰਸ਼ਕਾਂ ਨਾਲ ਪਾਈ ਤੇ ਦਰਦੀ ਜੀ ਹੁਣ ਆਪਾਂ ਕਰਦੇ ਹਾਂ ਤੁਹਾਡੀ ਜਿਹੜੀ ਆ ਸਾਹਿਤਕਾਰੀ ਬਾਰੇ। ਜਿਹੜੀ ਇਹ ਕਵਿਤਾ, ਜਦੋਂ ਕਵਿਤਾ ਤੁਸੀਂ ਸ਼ੁਰੂ ਕੀਤੀ ਲਿਖਣੀ, ਸਭ ਤੋਂ ਪਹਿਲੀ ਕਵਿਤਾ ਕਿਸ ਕੁ ਉਮਰ ਦੇ ਵਿੱਚ ਲਿਖੀ ਤੇ ਉਹਦਾ ਪ੍ਰੇਰਨਾ ਸਰੋਤ ਕੀ ਸੀਗਾ, ਜਾਂ ਕੋਈ ਘਰ ਦੇ ਵਿੱਚ ਮਾਹੌਲ ਸਾਹਿਤਕ ਸੀਗਾ, ਜਾਂ ਪਿੰਡ ਦੇ ਵਿੱਚ, ਜਾਂ ਕੋਈ ਹੋਰ ਇਸ ਤਰ੍ਹਾਂ ਇਨਸਾਨ ਨੂੰ ਦੇਖਿਆ ਕਵਿਤਾ ਲਿਖਦੇ ਨੂੰ ਵੀ ਮੈਂ ਵੀ ਇਸ ਤਰ੍ਹਾਂ ਲਿਖ ਸਕਦਾ ਕਵਿਤਾ, ਜਾਂ ਮੇਰਾ ਵੀ ਮਨ ਹੈਗਾ ਆ। ਉਹ ਪਹਿਲੀ ਕਵਿਤਾ ਦੀ ਜਿਹੜੀ ਪੁੰਗਰ ਆ ਕਦੋਂ ਪੁੰਗਰਦੀ ਆ ਜਿਹੜੀ? ਮੈਂ ਜੀ ਆਪਣਾ ਜਸਵਿੰਦਰ ਜੀ, ਸਭ ਤੋਂ ਪਹਿਲਾਂ ਕਹਿਣਾ ਚਾਹੁੰਦਾ ਕਿ ਮੈਂ ਕਵਿਤਾਵਾਂ ਵੱਲ ਤਾਂ ਹੁਣ ਪਿਆ ਜੀ। ਜੀ ਜੀ ਸਭ ਤੋਂ ਪਹਿਲਾਂ ਮੈਂ ਗੀਤਾਂ ਵੱਲ ਪਿਆ ਸੀ ਜੀ। ਇਹ ਘੱਟੋ ਘੱਟ ਵੀ 2000 ਦੇ ਤੇ ਲਾਗੇ ਛਾਗੇ ਦੀ ਗੱਲ ਆ। ਹਾਂਜੀ। ਤੇ ਉਦੋਂ ਨਾ ਅਸੀਂ ਇਦਾਂ ਲਿਸ਼ਕਾਰਾ ਆਉਣ ਡਿਆ, ਸਾਰੇ ਪਰਿਵਾਰ ਬੈਠੇ ਹੋਏ ਰੋਟੀ ਖਾ ਕੇ ਤੇ ਚਲੋ ਬੈਠੇ ਹੋਏ, ਤੇ ਮੇਰੇ ਮੰਮੀ ਦੇ ਨਾ ਮੂੰਹ ਚੋਂ ਇੱਕ ਆਵਾਜ਼ ਨਿਕਲੀ ਗੀਤ ਸੁਣਦੇ ਤੇ ਕਹਿੰਦੇ ਵੀ ਜਦੋਂ ਵੀ ਕੋਈ ਕਲਾਕਾਰ ਬੋਲਦਾ ਨਾ ਵਿੱਚ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਲੈਂਦਾ ਵਾ। ਜੀ ਜੀ। ਉਹ ਮੈਨੂੰ ਬੜੀ ਵਧੀਆ ਗੱਲ ਹੈ ਕਿ ਜੇ ਮੰਨ ਲਓ ਮੈਂ ਕੁਝ ਲਿਖਿਆ ਕਰਾਂ ਤਾਂ ਮੇਰਾ ਨਾਮ ਬੋਲੇ, ਮੇਰਾ ਪਿੰਡ ਦਾ ਨਾਮ ਬੋਲਿਆ ਜਾਵੇ ਜੀ। ਉਸ ਤੋਂ ਬਾਅਦ ਮੈਂ ਆਪਾਂ ਥੋੜੀ ਜਿਹੀ ਕਲਮ ਫੜਨੀ ਸਿੱਖੀ, ਥੋੜੀ ਜੀ ਜੀ ਕਲਮ ਫੜਨੀ ਸਿੱਖੀ, ਪਰ ਐਦਾਂ ਹੀ ਮਾੜਾ ਮੋਟੇ ਜੇ ਆਪਾਂ ਕੋਸ਼ਿਸ਼ ਕਰਿਆ ਕਰਨੀ। ਤੇ ਮੇਰੀ ਮੁਲਾਕਾਤ ਫਿਰ ਮੇਰੇ ਇਲਾਕੇ ਦੇ ਬਹੁਤ ਪੁਰਾਣੇ ਇੱਕ ਉਸਤਾਦ ਨੇ, ਪੰਜਾਬੀ ਸਾਹਿਤ ਸਭਾ ਦੇ ਸੀਨੀਅਰ ਉਸਤਾਦ ਨੇ, ਉਹ ਮੱਖਣ ਭੈਣੀ ਵਾਲਾ ਜੀ। ਉਹ ਜਿਨ੍ਹਾਂ ਦਾ ਇੱਕ ਕਾਫੀ ਪੁਰਾਣਾ ਗੀਤ ਹੋਟਾ ਹੈ, ਤੜਕ ਚੂੜਾ ਟੁੱਟਿਆ ਵੇ ਹਾਣ ਰਿਹਾ। ਮੇਰੀ ਮੁਲਾਕਾਤ, ਹਾਂਜੀ ਜੀ, ਤੇ ਮੇਰੀ ਮੁਲਾਕਾਤ ਫਿਰ ਉਹਨਾਂ ਨਾਲ ਹੋਈ। ਉਹਨਾਂ ਨੇ ਮੈਨੂੰ ਫਿਰ ਸਮਝਾਇਆ ਕਿ ਤੈਨੂੰ ਹਲੇ ਬੜੀ ਮਿਹਨਤ ਦੀ ਲੋੜ ਵਾ, ਵੀ ਬਹੁਤ ਮਿਹਨਤ ਦੀ ਲੋੜ ਆ, ਆਪਾਂ ਮਿਹਨਤ ਕਰਨੀ ਆ, ਮਿਹਨਤ ਕਰਕੇ ਹੀ ਆਪਾਂ ਅੱਗੇ ਜਾਣਾ ਵਾ ਜੀ। ਫਿਰ ਉਸ ਤੋਂ ਬਾਅਦ ਮੇਰੀ ਉਹਨਾਂ ਨੇ ਮੁਲਾਕਾਤ ਪੰਜਾਬੀ ਸਾਹਿਤ ਸਭਾ ਬਾਬਾ ਕਲਾ ਸਾਹਿਬ ਜੀ ਦੇ ਮੁੱਖ ਸੰਚਾਲਕ ਸੁਰਿੰਦਰ ਜੀ ਰਾਜਨ ਉਹਨਾਂ ਨਾਲ ਕਰਵਾਈ। ਉੱਥੇ ਮੈਨੂੰ ਐਤਵਾਰ ਦੀ ਮਹੀਨੇ ਦੇ ਪਹਿਲੇ ਐਤਵਾਰ ਸਾਡੀ ਸਹਿ ਸਭਾ ਹੁੰਦੀ ਸੀ ਜੀ। ਉਹਦੇ ਵਿੱਚ ਉਹਨਾਂ ਨੇ ਮੌਕਾ ਦਿਆ ਕਰਨਾ ਵੀ ਤੂੰ ਕੁਝ ਆਪਣੀ ਸੰਗ ਸ਼ਰਮ ਲਾਓ, ਕੁਝ ਲਿਖੋ ਜੀ। ਤੇ ਉਸ ਟਾਈਮ ਤੇ ਮੈਂ ਇੱਕ ਭਗਤ ਸਿੰਘ ਉੱਤੇ ਕਵਿਤਾ ਲਿਖੀ ਹੁੰਦੀ ਸੀ ਜੀ, ਪਰ ਮੈਨੂੰ ਉਹ ਯਾਦ ਨਹੀਂ ਇਸ ਟਾਈਮ ਤੇ। ਠੀਕ ਹੈ ਜੀ। ਤੇ ਉਦੋਂ ਫਿਰ ਆਪਾਂ ਗੀਤਾਂ ਵੱਲ ਵੀ ਪਹਿਲਾਂ ਗੀਤਾਂ ਵੱਲ ਰਹੇ, ਫਿਰ ਗੀਤਾਂ ਵੱਲ ਨਹੀਂ ਚੱਲਿਆ ਕਿਉਂਕਿ ਹੇਰਾ ਫੇਰੀਆਂ ਬਹੁਤ ਹੁੰਦੀਆਂ ਸੀ। ਫਿਰ ਵੀ ਮੇਰੇ 3-4 ਗੀਤ ਮਾਰਕੀਟ ਵਿੱਚ ਆਏ ਸੀ। ਹਰਪ੍ਰੀਤ ਰੰਧਾਵਾ ਜੀ ਹੋ ਗਏ, ਨਵਨੀਤ ਰਿਆੜ ਹੋ ਗਿਆ, ਸਾਡੇ ਲਾਗੇ ਸੋਨੂ ਸਿੰਘ ਜੀ ਹੋ ਗਏ, ਇੱਕ ਗਗਨ ਸ਼ਰਮਾ ਜੀ ਹੋ ਗਏ, 3-4 ਗੀਤ ਰਿਕਾਰਡ ਹੋਏ ਸੀ। ਜਾਂ ਫਿਰ ਰਾਜਦੀਪ ਗਿਫਟੀ ਦੀ ਆਵਾਜ਼ ਵਿੱਚ ਵੀ ਗੀਤ ਇੱਕ ਆਇਆ ਸੀ ਜੀ। ਤੇ ਬਾਅਦ ਵਿੱਚ ਫਿਰ ਮਨ ਫਿਰ ਇਹ ਇੱਧਰੋਂ ਉਤਰ ਕੇ ਸਹਿ ਸਭਾ ਵੱਲ ਜੁੜ ਗਿਆ ਜੀ। ਸਹਿ ਸਭਾ ਵਿੱਚ ਆ ਕੇ ਮੇਰੀ ਫਿਰ ਜੋ ਮੁਲਾਕਾਤ ਹੋਈ ਸੀ ਤੇ ਤੇਜਵੰਤ ਬੱਲ ਬੱਲ ਬਤਾਲੇ ਵਾਲਾ ਗੀਤਕਾਰ ਜੀ ਇੱਕ, ਬਿਲਕੁਲ ਹਾਂ, ਬਹੁਤ ਅੱਛੇ ਗੀਤਕਾਰ ਨੇ ਉਹ। ਹਾਂਜੀ ਹਾਂਜੀ ਜੀ। ਉਹਨਾਂ ਵੀ ਕੁਝ ਸਮਝਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੈਂ ਜਦੋਂ ਫੌਜ 'ਚ ਚਲ ਗਿਆ, ਮੇਰਾ 6-7 ਸਾਲ ਲਿੰਕ ਟੁੱਟਾ ਰਿਹਾ ਪੰਜਾਬੀ ਸਾਹਿਤ ਸਭਾ ਬਾਬਾ ਕਲਾ ਸਾਹਿਬ ਨਾਲ ਜੀ ਜੀ ਜੀ। ਤੇ ਉਸ ਤੋਂ ਬਾਅਦ ਵਿੱਚ ਮੈਂ ਫੌਜ ਵਿੱਚੋਂ ਹੀ ਮੇਰੀ ਮੁਲਾਕਾਤ ਇੱਕ ਹਰਗੋਬਿੰਦ ਪੁਰੇ ਗੁਰਦਾਸਪੁਰ ਜੀ ਦਾ ਇੱਕ ਬਲਵਿੰਦਰ ਪੰਨੂ ਹੈ, ਇੱਕ ਗਜ਼ਲਗੋ ਹਾਂਜੀ। ਬਲਵਿੰਦਰ ਪੰਨੂ ਬਹੁਤ ਸੋਹਣੀਆਂ ਗਜ਼ਲਾਂ ਲਿਖਦਾ ਹੁੰਦਾ ਸੀ। ਉਹਨਾਂ ਨੇ ਮੇਰੀ ਮੁਲਾਕਾਤ ਰਜਨੀ ਮੈਗਜ਼ੀਨ ਦੇ ਇੱਥੇ ਜਸਵਿੰਦਰ ਆਜ਼ਾਦ ਜੀ ਉਹਨਾਂ ਨੇ ਮੇਰੀ ਮੁਲਾਕਾਤ ਕਰਵਾਈ। ਤੇ ਉਹਨਾਂ ਨਾਲ ਫਿਰ ਆਪਾਂ ਅਟੈਚ, ਉਹਨਾਂ ਨੇ ਮੈਗਜ਼ੀਨ ਵਿੱਚ ਮੈਨੂੰ ਛਪਾਉਣਾ ਸ਼ੁਰੂ ਕੀਤਾ, ਮੇਰਾ ਹੌਸਲਾ ਵੱਧਦਾ ਗਿਆ। ਫਿਰ ਉਹਨਾਂ ਨੇ ਮੇਰੀ ਮੁਲਾਕਾਤ ਪੰਜਾਬੀ ਮਾਂ ਬੋਲੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਉਸਤਾਦ ਗਜ਼ਲਗੋ ਸਰਹੱਦੀ ਸਾਹਿਬ ਨਾਲ ਕਰਾਈ, ਸੁਰੱਖਣ ਸਰਹੱਦੀ ਸਾਹਿਬ ਜੀ ਨਾਲ ਕਰਾਈ। ਸਰਹੱਦੀ ਸਾਹਿਬ ਬਣਾਉ ਕੋਈ ਆਪਾਂ ਪਹਿਲੀ ਜਿਹੜੀ ਕਿਤਾਬ ਮੇਰਾ ਦਰਦ ਜ਼ਮਾਨੇ ਦਾ ਕੀਤੀ ਸੀ, ਉਹਨਾਂ ਦੀ ਆਪਾਂ ਪ੍ਰਧਾਨਗੀ ਹੇਠ ਕੀਤੀ ਸੀ ਜੀ। ਤੇ ਉਹ ਇਦਾਂ ਹੌਲੀ ਫਿਰ ਆਪਣਾ ਜੋ ਲਗਾਵ ਆ ਉਹ ਸਾਹਿਤ ਵੱਲ ਵੱਧਦਾ ਗਿਆ ਜੀ, ਕਿਉਂਕਿ ਸਾਹਿਤ ਜ਼ਰੂਰੀ ਹੈ ਸਾਨੂੰ ਪੜ੍ਹਨਾ। ਬਿਲਕੁਲ। ਗੀਤ ਤੇ ਹਰ ਕੋਈ ਵੀ ਲਿਖ ਲਊਗਾ ਜੀ। ਚਲੋ ਗੀਤ ਲਿਖਣੇ ਕਹਿੰਦੇ ਸੌਖੇ ਨਹੀਂ ਆ, ਗੀਤ ਵਿੱਚ ਝੂਠ ਵੀ ਲਿਖ ਲਾਂਗੇ ਆਪਾਂ, ਸਾਹਿਤ ਵਿੱਚ ਝੂਠ ਨਹੀਂ ਗੱਲ ਲਿਖ ਸਕਦੇ ਜੀ। ਕਿਉਂਕਿ ਜਿਹੜੀ ਕਵਿਤਾ ਜਾਂ ਗਜ਼ਲ ਹੈ ਜਾਂ ਹੋਰ ਬਣ ਗਈ ਆ, ਜਿਹੜੀ ਉਹਨੂੰ ਆਪਾਂ ਪਹਿਲਾਂ ਹਟਾਉਣਾ ਪੈਣਾ, ਉਹਦੇ ਲਈ ਮਿਹਨਤ ਵੀ ਕਰਨੀ ਪੈਣੀ। ਹਾਂਜੀ ਹਾਂਜੀ। ਕਿਉਂਕਿ ਉਹਦੇ ਲਈ ਪ੍ਰੈਕਟਿਸ ਵੀ ਚਾਹੀਦੀ ਆ। ਜਿਹੜੀ ਗੀਤ ਆ ਚੱਲ ਗਿਆ, ਅੱਜ ਚੱਲ ਗਿਆ, ਨਹੀਂ ਚੱਲ ਗਿਆ, ਤੁਹਾਡੀ ਪੁੱਛ ਪੜਤਾਲ ਉਹਦੀ ਬਹੁਤੀ ਵੀ ਕਹਿ ਲਓ ਨਹੀਂ ਗਈ। ਨਹੀਂ ਹਾਂਜੀ ਹਾਂਜੀ। ਤੇ ਜਦੋਂ ਜਿਹੜੀ ਅਸੀਂ ਕਵਿਤਾ ਛਪਾਉਣੀ ਆ ਉਹਦਾ ਨੋਟਿਸ ਲਿਆ ਜਾਂਦਾ ਹੈ, ਜਾਂ ਕੋਈ ਗਜ਼ਲ ਹੈ ਜਾਂ ਕਵਿਤਾ ਜਾਂ ਆਪਾਂ ਸਾਹਿਤ ਵੰਨਗੀ ਦੇ ਵਿੱਚ ਛਪਾਉਣੀ ਆ, ਤੇ ਤੁਸੀਂ ਗੀਤ ਲਿਖੇ ਪਹਿਲਾਂ, ਉਹ ਤੁਹਾਡੇ ਗੀਤ ਗਾਇਕਾਂ ਨੇ ਗਾਏ ਵੀ। ਇਸ ਤੋਂ ਇਲਾਵਾ ਕੋਈ ਹੋਰ ਵੰਨਗੀ ਵੀ ਲਿਖੀ, ਜਿਵੇਂ ਲੇਖ, ਕਵਿਤਾ, ਕਹਾਣੀ, ਜਾਂ ਹੋਰ ਕੋਈ ਵੰਨਗੀ ਦੇ ਵਿੱਚ ਵੀ ਲਿਖਿਆ? ਨਹੀਂ ਸਰ, ਮੈਂ ਤਕਰੀਬਨ ਮੇਰਾ ਜੋ ਧਿਆਨ ਸਾਹਿਤ ਕਵਿਤਾਵਾਂ ਵੱਲ ਹੀ ਰਿਹਾ ਜਦੋਂ ਜੀ। ਤੇ ਮੈਨੂੰ ਕਹਿੰਦੇ ਹੁੰਦੇ ਸੀ ਕੋਈ ਵਿੱਚੋਂ ਉਸਤਾਦ ਸ਼ਾਇਰ ਕਹਿ ਵੀ ਦਿੰਦੇ ਆ ਵੀ ਆਹ ਤੇਰੀ ਗਜ਼ਲ ਵਾ, ਇਹਨੂੰ ਗਜ਼ਲ ਦਾ ਨਾਮ ਦੇ ਜੀ ਜੀ। ਪਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿੰਦਾ ਕਿ ਮੈਨੂੰ ਗਜ਼ਲ ਬਾਰੇ ਕੁਝ ਪਤਾ ਨਹੀਂ ਹੈਗਾ ਜੀ। ਇਹ ਸੁਣਨ ਵਿੱਚ ਆਇਆ ਸੀ, ਮੈਨੂੰ ਇੱਕ ਕਿਸੇ ਬੰਦੇ ਨੇ ਗੱਲ ਸੁਣਾਈ ਸੀ ਕਿ ਸੰਤ ਮਸਕੀਨ ਸਿੰਘ ਜੀ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੰਨੀ ਵੱਡੀ ਕਥਾ ਕਰਦੇ ਹੋ, ਇੰਨਾ ਸੋਹਣਾ ਤੁਸੀਂ ਆਪਣਾ ਪ੍ਰਵਚਨ ਕਰਦੇ ਹੋ, ਵੀ ਤੁਸੀਂ ਬਹੁਤ ਸੋਹਣਾ ਬਲਕਿ ਕਿਤਾਬ ਲਿਖੋ ਜੀ, ਵੀ ਤੁਹਾਨੂੰ ਲੋਕੀ ਪੜ੍ਹਨ। ਬਿਲਕੁਲ ਹਾਂਜੀ। ਪਰ ਸੰਤ ਮਸਕੀਨ ਸਿੰਘ ਜੀ ਨੇ ਬੜੇ ਉਹਨਾਂ ਨੂੰ ਨਿਮਰਤਾ ਨਾਲ ਇੱਕ ਆਨਸਰ ਦਿੱਤਾ, ਜਵਾਬ ਦਿੱਤਾ ਕਿ ਮੈਂ ਹਲੇ ਸਿੱਖ ਰਿਹਾ ਵਾਂ ਜੀ,
ਕੁਝ ਲਿਖ ਨਹੀਂ ਰਿਹਾ ਵੀ ਨਾ ਬੋਲ ਰਿਹਾ ਬੋਲ ਰਿਹਾ ਵਾਂ, ਜੀ। ਉਹ ਮਾਲਕ ਦੀ ਆ, ਮਾਲਕ ਮੈਨੂੰ ਕਰਵਾ ਰਿਹਾ, ਮੈਂ ਹਲੇ ਸਿੱਖ ਹੀ ਰਿਹਾ ਵਾਂ। ਬਿਲਕੁਲ ਤੇ ਹੁਣ ਗੱਲ ਇੱਥੇ ਮੁੱਕਦੀ। ਮੇਰੇ ਕਹਿਣ ਦਾ ਮਤਲਬ ਵੀ ਅੱਜ ਉਹਨਾਂ ਨੇ ਕੁਝ ਨਹੀਂ ਲਿਖਿਆ, ਪਰ ਕੁਝ ਸਾਡੇ ਵਰਗੇ ਉਹਨਾਂ ਦੀਆਂ ਗੱਲਾਂ ਪੜ੍ਹ ਕੇ ਉਹਨਾਂ ਵੱਲ ਵੇਖ ਕੇ ਲਿਖਣਾ ਸਿੱਖਦੇ ਆ। ਸਿੱਖ ਰਹੇ, ਬਿਲਕੁਲ ਉਹਨਾਂ ਉੱਤੇ ਇੱਕ ਸੰਤ ਮਸਕੀਨ ਜੀ ਦੇ ਉੱਤੇ ਕਿਤਾਬਾਂ ਲਿਖ ਰਹੇ ਆ। ਬਿਲਕੁਲ ਸੰਤ ਮਸਕੀਨ ਉਹਨਾਂ ਦੀ ਤਾਂ ਇੱਕ ਇੱਦਾਂ ਦੀ ਚਲੋ ਸ਼ਖਸੀਅਤ ਆ ਕਿ ਉਹਨਾਂ ਦੇ ਜਿੰਨੀ ਵੀ ਮਰਜ਼ੀ ਗੱਲ ਕਰ ਲਓ, ਉਹਨਾਂ ਤੇ PhD ਵੀ ਕੀਤੀ ਜਾ ਸਕਦੀ ਆ। ਹਾਂਜੀ, ਹਾਂਜੀ, ਹਾਂਜੀ। ਵੱਖਰੇ ਵੱਖਰੇ ਸਬਜੈਕਟ ਦੇ ਹਿਸਾਬ ਨਾਲ ਹਾਂਜੀ, ਜਿੱਦਾਂ ਹਾਂਜੀ। ਉਹਨਾਂ ਨੇ ਜਿਹੜਾ ਸਿੱਖ ਆਪਾਂ ਗੁਰਬਾਣੀ ਨੂੰ ਕਹਿ ਲਓ ਹਾਂਜੀ, ਰੂਹਾਨੀਅਤ ਹਾਂਜੀ। ਦੀ ਗੱਲ ਕੀਤੀ ਆ ਹਾਂਜੀ, ਹਾਂਜੀ। ਕਿ ਉੱਤੇ ਤੇ ਆਪਾਂ ਗੱਲ ਸਿੱਖਣ ਸਿਖਾਉਣ ਦੀ ਗੱਲ ਕਰ ਲੈਂਦੇ ਪਹਿਲਾਂ। ਜਿਹੜੀ ਸਿੱਖਣ ਤੇ ਤੁਸੀਂ ਕਵਿਤਾ ਲਿਖ ਰਹੇ ਆ ਜਾਂ ਉਸਤਾਦ ਜਿਹੜੇ ਸਰਹੱਦੀ ਸਾਹਿਬ ਨਾਲ ਵੀ ਤੁਹਾਡਾ ਰਾਬਤਾ ਰਿਹਾ, ਹਾਂਜੀ। ਉਸਤਾਦਾਂ ਦੀ ਜਿਹੜੀ ਆ ਸੰਗਤ ਮੰਨਣੀ ਆ, ਉਹ ਬਹੁਤਾ ਕੁਛ ਤਾਂ ਜਿਹੜੇ ਚੰਗੇ ਸ਼ਾਗਿਰਦ ਆ ਕਹਿ ਲਓ ਸਮਝਦਾਰ ਆ, ਉਹ ਕੁਛ ਨਾ ਕੁਛ ਉੱਤੋਂ ਉੱਦੇ ਹੀ ਪੱਲਾ ਭਰ ਕੇ ਲੈ ਆਉਂਦੇ ਆ, ਇੱਕ ਵਾਰੀ ਮਿਲਣ ਗਏ ਹੋ। ਹਾਂਜੀ, ਤੁਸੀਂ ਹਾਂਜੀ। ਵੀ ਉਸਤਾਦੀ ਸ਼ਾਗਿਰਦੀ ਫਿਰ ਕਿਸੇ ਨਾਲ ਕੀਤੀ ਅੱਜ ਤੱਕ ਹੁਣ ਜਾਂ ਇਸ ਤਰ੍ਹਾਂ ਹੀ ਹਜੇ ਸੰਗਤ ਹੀ ਕਰ ਰਹੇ ਹੋ? ਮੈਂ ਜਸਵਿੰਦਰ ਜੀ ਇੱਕ ਤੁਹਾਨੂੰ ਪਹਿਲਾਂ ਮੈਂ ਗੱਲ ਕਹੀ ਸੀ ਕਿ ਜੋ ਮੈਂ ਉਸਤਾਦੀ ਇੱਕ ਪਹਿਲਾਂ ਗੀਤਕਾਰੀ ਦੀ ਲਈ ਸੀ, ਉਹ ਮੱਖਣ ਭੈਣੀ ਵਾਲਾ ਜੀ ਤੋਂ ਲਈ ਸੀ, ਤੇ ਤੇਜਵੰਤ ਬਲ ਨਾਲ ਵੀ ਆਪਣੀ ਗੀਤਕਾਰੀ ਦਾ ਰਿਹਾ ਸੀ ਜੀ, ਰਾਬਤਾ ਰਿਹਾ ਸੀ। ਪਰ ਫਿਰ ਉਹਨਾਂ ਵੀ ਮੈਨੂੰ ਗਜ਼ਲਾਂ ਕਵਿਤਾਵਾਂ ਵੱਲ ਹੀ ਕਿਹਾ ਕਿ ਵੀ ਤੂੰ ਕਵਿਤਾ ਪਹਿਲਾਂ ਲਿਖਣੀ ਸਿੱਖ। ਉਸ ਤੋਂ ਬਾਅਦ ਵੀ 2011-12 ਵਿੱਚ ਮੇਰੀ ਮੁਲਾਕਾਤ ਬਲਵਿੰਦਰ ਪੰਨੂ ਨਾਲ ਹੋਈ। ਉਹਨਾਂ ਨੇ ਮੈਨੂੰ ਜੋ ਸਿਖਾਇਆ ਮੈਂ ਅੱਜ ਵੀ ਉਹ ਦੇਣਦਾਰ ਉਹਨਾਂ ਦਾ ਜੀ। ਮੈਂ ਉਹਨਾਂ ਨੂੰ ਮੈਨੂੰ ਫੋਨ ਤੇ ਸਿਖਾਉਂਦੇ ਹੁੰਦੇ ਸੀ ਵੀ ਆਹ ਸ਼ੇਰ ਇਦਾਂ ਨਹੀਂ, ਇਦਾਂ ਹੋਣਾ ਚਾਹੀਦਾ ਵਾ, ਆਹ ਤੇਰੀ ਲੈਅ ਮਿਲਦੀ ਆ, ਇੱਥੋਂ ਲੈਅ ਨਹੀਂ ਮਿਲਦੀ, ਆਹ ਕਾਫੀ ਨਹੀਂ ਮਿਲਦਾ। ਉਹਨਾਂ ਮੈਨੂੰ ਫੋਨ ਉੱਤੇ ਹੀ ਸਿਖਾਉਂਦੇ ਰਹੇ। ਉਸ ਤਰ੍ਹਾਂ ਦਾ ਮੈਂ ਅੱਜ ਵੀ ਦੇਣ ਨਹੀਂ ਦੇ ਸਕਦਾ। ਫਿਰ ਵੀ ਉਹਨਾਂ ਮੇਰੀ ਮੁਲਾਕਾਤ ਉਸਤਾਦ ਸੁਲੱਖਣ ਸਰਹੱਦੀ ਸਾਹਿਬ ਨਾਲ ਕਰਾਈ ਜੀ। ਉਹਨਾਂ ਦੀ ਨਿਗਰਾਨੀ ਹੇਠ ਵਿੱਚ ਪਹਿਲਾਂ ਵੀ ਦੱਸਿਆ ਤੁਹਾਨੂੰ, ਫਿਰ ਉਹਨਾਂ ਦੀ ਕਵਿਤਾ ਆਪਾਂ ਲਿਖੀਆਂ, ਰਚਨਾਵਾਂ ਲਿਖੀਆਂ, ਸਮਝਾਉਂਦੇ ਰਹੇ ਉਹ ਵੀ। ਪਰ ਉਹਨਾਂ ਟਾਈਮ ਮੈਨੂੰ ਸੁਲੱਖਣ ਸਰਹੱਦੀ ਸਾਹਿਬ ਨੇ ਕੋਲ ਨਹੀਂ ਮਿਲ ਸਕਿਆ ਜਿੰਨਾ ਮਿਲਣਾ ਚਾਹੀਦਾ, ਜਿੰਨਾ ਮੈਨੂੰ ਬਲਵਿੰਦਰ ਪੰਨੂ ਕੋਲੋਂ ਮਿਲਿਆ ਸੀ। ਉਹਨਾਂ ਮੈਨੂੰ ਬਹੁਤ ਇਹਦੀ ਕਵਿਤਾਵਾਂ ਦੀ ABC ਬਾਰੇ ਤੱਕ ਵੀ ਦੱਸਿਆ ਉਹਨਾਂ ਨੇ। ਜਿਹੜੀ ਆ ਕਾਫੀ ਹਰਦੀਪ ਦੀ ਜਾਣਕਾਰੀ ਜਿਹੜੀ ਆ ਪੰਨੂ ਸਾਹਿਬ ਨੇ ਦਿੱਤੀ ਤੁਹਾਨੂੰ, ਤੁਸੀਂ ਕਹਿ ਸਕਦੇ ਹੋ। ਹਾਂਜੀ, 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 ਹਾਂਜੀ। ਠੀਕ ਹੈ। ਤੇ ਕਿਉਂਕਿ ਮੇਨ ਜਿਹੜੀ ਆ ਜਦੋਂ ਕਵਿਤਾ ਲਿਖਦੇ ਆ ਅਸੀਂ ਜਾਂ ਗੀਤ ਲਿਖਦੇ ਆ, ਕਾਫੀ ਹਰਦੀਪ ਦਾ ਗਿਆਨ ਹੋਣਾ ਤਾਂ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜੀ ਆ ਵਿਆਕਰਨ ਜਾਂ ਰੂਜ ਜਾਂ ਛੰਦਬੰਦੀ ਜਿਹੜੀ ਆ ਉਹ ਜਿਹੜੀ ਆ ਗਾਂ ਤੋਂ ਗਾਂ ਜਿਹੜੀ ਆ ਉਹ ਆਪਣਾ ਸਟੈਪ ਬਾਈ ਸਟੈਪ ਚੱਲਦੀ ਰਹਿੰਦੀ ਆ। ਹਾਂਜੀ, ਹਾਂਜੀ। ਤੇ ਜਿਹੜੀ ਕਵਿਤਾ ਜਦੋਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਚੰਗੀਆਂ ਲਿਖ ਲਈਆਂ, ਯਾਰਾਂ ਦੋਸਤਾਂ 'ਚ ਵੀ ਸੁਣਾਈਆਂ ਹੋਣਗੀਆਂ, ਉਹ ਕਹਿੰਦੇ ਬਹੁਤ ਵਧੀਆ, ਸਭਾਵਾਂ 'ਚ ਵੀ। ਫਿਰ ਕਿਤਾਬ ਛਪਾਉਣ ਦੀ ਇੱਛਾ ਵੀ ਮਨ ਦੇ ਵਿੱਚ ਜਾਗੀ ਹੋ ਗਈ। ਹਾਂਜੀ, ਹਾਂਜੀ। ਫਿਰ ਕਿਤਾਬ ਜਿਹੜੀ ਪਹਿਲੀ ਕਿਤਾਬ ਆ ਉਹ ਕਦੋਂ ਛਪੀ? ਉਸ ਤੋਂ ਪਹਿਲਾਂ ਆਪਾਂ ਜਵਾਬ ਤੁਸੀਂ ਆਪਾਂ ਕਿਤਾਬ ਦੇ ਬਾਰੇ ਬਾਅਦ 'ਚ ਲਵਾਂਗੇ। ਪਹਿਲਾਂ ਆਪਾਂ ਤੁਹਾਡੀ ਇੱਕ ਕਵਿਤਾ ਸੁਣਦੇ ਆ ਜਿਹੜੀ ਤੁਸੀਂ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਦੇ ਆ। ਕਿਹੜਾ ਰੰਗ ਦਾ ਸਾਨੂੰ ਸੁਣਾਓਗੇ? ਜੀ ਜੀ। ਇਹ ਹੈ ਤਾਂ ਕਵਿਤਾ ਹੀ ਮੈਂ ਕਹਿ ਸਕਦਾ ਇਹਨੂੰ, ਕੋਈ ਗਜ਼ਲ ਨਹੀਂ ਕਹਿ ਸਕਦਾ ਵੀ, ਪਰ ਇਹਦੇ ਵਿੱਚ ਆਪਾਂ ਵਿਸ਼ਾ ਕੁਝ ਅਲੱਗ-ਅਲੱਗ ਜਿਹਾ ਲਿਆ। ਜੀ ਜੀ ਜੀ। ਕਿ ਪਾਲਣ ਪੋਸ਼ਣ ਔਖਾ ਮਾਵਾਂ ਬਿਨ ਹੈ ਬੱਚਿਆਂ ਦਾ। ਕੀ ਬਾਤ ਹੈ। ਪਾਲਣ ਪੋਸ਼ਣ ਔਖਾ ਮਾਵਾਂ ਬਿਨ ਹੈ ਬੱਚਿਆਂ ਦਾ, ਝੂਠਿਆਂ ਦੀ ਹੈ ਮੰਡੀ ਕੋਈ ਗਾਹਕ ਨਾ ਸੱਚਿਆਂ ਦਾ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ ਜੀ। ਕਹਿੰਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਂਦੇ ਨੇ ਹੁਣ ਲੋਕੀ, ਇੱਕ ਤੀਰ ਨਾਲ ਦੋ ਨਿਸ਼ਾਨੇ ਹੁਣ ਲਾਉਂਦੇ ਨੇ ਲੋਕੀ, ਖੂਬ ਉਠਾਉਂਦੇ ਨੇ ਫਾਇਦਾ ਕੰਨਾਂ ਤੋਂ ਕੱਚਿਆਂ ਦਾ। ਕੀ ਬਾਤ ਹੈ, ਬਹੁਤ ਅੱਛੇ। ਕਹਿੰਦਾ ਭੁੱਲ ਜਾਂਦੇ ਨੇ ਮਾਪੇ ਰਿਸ਼ਤੇਦਾਰ ਭਾਈ ਤੇ ਭੈਣਾਂ, ਬਹੁਤ ਵਧੀਆ। ਭੁੱਲ ਜਾਂਦੇ ਨੇ ਮਾਪੇ ਰਿਸ਼ਤੇਦਾਰ ਭਾਈ ਤੇ ਭੈਣਾਂ, ਹਾਲ ਵੇਖ ਤੂੰ ਤੀਵੀਂ ਦੀਆਂ ਉਂਗਲਾਂ ਤੇ ਨੱਚਿਆਂ ਦਾ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ ਜੀ। ਜਾਤ ਪਾਤ ਦਾ ਮਸਲਾ ਨਾ ਹੱਲ ਹੋਇਆ ਨਾ ਹੱਲ ਹੋਣਾ, ਜਾਤ ਪਾਤ ਦਾ ਮਸਲਾ ਨਾ ਹੱਲ ਹੋਇਆ ਨਾ ਹੋਣਾ, ਮੁੱਲ ਪਾਇਆ ਨਾ ਲੋਕਾਂ ਵੇਦ ਗ੍ਰੰਥਾਂ ਰਚਿਆਂ ਦਾ। ਕੀ ਬਾਤ ਹੈ, ਬਹੁਤ ਵਧੀਆ। ਅੱਗੇ ਲਾਸਟ ਕਹਿੰਦਾ ਜੀ, ਗੋਰਾ ਰੰਗ ਨਾ ਮਾਇਨੇ ਰੱਖੇ, ਗੋਰਾ ਰੰਗ ਨਾ ਮਾਇਨੇ ਰੱਖੇ, ਜੇ ਮੁਖ ਤੇ ਮੁਸਕਾਨ ਨਹੀਂ, ਬਿਨ ਅਦਾਵਾਂ ਕੋਈ ਫਾਇਦਾ ਨਹੀਂ ਦਰਦੀ ਜੱਚਿਆਂ ਦਾ। ਬਿਨ ਅਦਾਵਾਂ ਫਾਇਦਾ ਨਹੀਂ ਕੋਈ ਦਰਦੀ ਜੱਚਿਆਂ ਦਾ। ਬਿਲਕੁਲ। ਜੇ ਕਿਸੇ ਮਟਿਆਰ ਨੇ ਸੋਹਣਾ ਸੂਟ ਸਾਰ ਸ਼ਿੰਗਾਰ ਕੀਤਾ ਹੋਵੇ, ਉਹ ਜੇ ਮਟਕ ਕੇ ਨਹੀਂ ਤੁਰਦੀ ਤਾਂ ਉਹ ਉਹਦਾ ਤੁਰਨਾ ਜਾਂ ਜਿੰਨਾ ਚਿਰ ਉਹਦਾ ਪਹਿਰਾਵਾ ਠੀਕ ਨਹੀਂ, ਤਾਂ ਉਹ ਕੋਈ ਮਤਲਬ ਨਹੀਂ ਰੱਖਦਾ ਉਹਦਾ ਜਿਹੜਾ ਸਹੀ ਤਰੀਕੇ ਦੇ ਨਾਲ। ਤੇ ਦਰਦੀ ਸਾਹਿਬ ਆਪਾਂ ਗੱਲਾਂ ਬਾਤਾਂ ਇੱਦਾਂ ਹੀ ਕਰਦੇ ਰਹਾਂਗੇ। ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦਰਸ਼ਕੋ ਮਿਲਦੇ ਆ। ਫਿਰ ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਗਏ ਤੇ ਆਏ। The Long Island Punjabi Circle present Free Vaisakhi Mela in Hicksville, New York. जी हाँ, free ਮੇਲਾ with free entry to bring our culture back. ਇਸ ਮੇਲੇ ਦੇ ਵਿੱਚ ਤੁਸੀਂ ਆਨੰਦ ਮਾਣ ਸਕਦੇ ਹੋ ਲਾਈਵ 뮤직 ਕਨਸਰਟ ਦਾ by one and only Golden Star ਮਲਕੀਤ ਸਿੰਘ। ਅਤੇ ਆਨੰਦ ਮਾਣ ਸਕਦੇ ਹੋ kids activities, live performances
and many vendors. So ਹੁਣ ਹੀ date ਤੇ location note ਕਰੋ, Sunday 15 ਮਈ 2022 12 ਵਜੇ ਤੋਂ ਲੈ ਕੇ 6 ਵਜੇ ਤੱਕ at the parking lot at Barsley Street, Hicksville, New York. For more information, call the numbers appearing on the screen. ਗੁੜ ਨਾਲੋਂ ਇਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਹੋ ਗੁੜ ਨਾਲੋਂ ਇਸ਼ਕ ਮਿੱਠਾ। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ। ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਂਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਂਸਿਲਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820 2975 John F. Kennedy Boulevard, Jersey City, NJ 07306 2631 Street Road, Baslam, PA 19020। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫੀਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। P&J Fuel Wholesaler of Gasoline and Diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. S&S Brokers Incorporation ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲੀਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਦਿਓਲ ਟਰਾਂਸਪੋਰਟ ਕੰਪਨੀ ਇੰਡੀਅਨਐਪਲਿਸ ਇੰਡੀਆਨਾ ਦੀ ਨਾਮੀ ਕੰਪਨੀ। ਇੰਡੀਅਨਐਪਲਿਸ ਤੋਂ ਈਸਟ ਕੋਸਟ ਦੀਆਂ ਸਟੇਟਾਂ ਨਿਊਯਾਰਕ, ਮੈਰੀਲੈਂਡ, ਪੈਂਸਿਲਵੇਨੀਆ, ਨਿਊ ਜਰਸੀ, ਵਰਜੀਨੀਆ ਅਤੇ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਡਰਾਈ ਲੋਡ ਅਤੇ ਇੰਡੀਅਨਐਪਲਿਸ ਤੋਂ ਲੋਕਲ ਲੋਡ ਵੱਡੀ ਗੱਡੀ ਤੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ। ਹਮੀ ਦਿਓਲ 5103181415 ਤੇ ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ deol.trans@yahoo.com। ਬਾਜ ਟੀਵੀ ਨਾਲ ਜੁੜੇ ਰਹਿਣ ਲਈ ਧੰਨਵਾਦ ਦੋਸਤੋ। ਜਿਸ ਤਰ੍ਹਾਂ ਤੁਹਾਡੀ ਗੱਲਬਾਤ ਚੱਲ ਰਹੀ ਹੈ ਸਾਡੀ ਦਿਲਰਾਜ ਸਿੰਘ ਜੀ ਉਹਨਾਂ ਨਾਲ, ਤੇ ਇੱਕ ਖਾਸ ਮੁਲਾਕਾਤ ਦੇ ਵਿੱਚ ਆਪਾਂ ਅੱਜ ਇਹਨਾਂ ਦੇ ਜੀਵਨ ਬਾਰੇ, ਇਹਨਾਂ ਦੀ ਕਵਿਤਾ ਬਾਰੇ ਗੱਲ ਕਰ ਰਹੇ ਸੀ। ਦਿਲਰਾਜ ਜੀ ਗੱਲ ਕਰ ਰਹੇ ਸੀ ਆਪਾਂ ਤੁਹਾਡੀ ਕਵਿਤਾ ਬਾਰੇ, ਜਿਹੜੀਆਂ ਕਵਿਤਾ ਤੁਸੀਂ ਲਿਖੀਆਂ ਉਹਦੀਆਂ ਕਿਤਾਬਾਂ ਬਾਰੇ। ਹੁਣ ਤੱਕ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਤੇ ਹੋਰ ਜਿਹੜੇ ਸਾਂਝੇ ਸੰਗ੍ਰਹਿ ਆ ਉਹਨਾਂ ਬਾਰੇ ਵੀ ਆਪਾਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੀ ਜੀ। ਜਸਵਿੰਦਰ ਜੀ, ਹੁਣ ਤੱਕ ਮੇਰੀਆਂ ਤਕਰੀਬਨ 3 ਕਿਤਾਬਾਂ ਆ ਚੁੱਕੀਆਂ ਨੇ ਜੀ। ਤੇ ਪਹਿਲੀ ਮੇਰੀ ਕਿਤਾਬ ਜਿਹੜੀ ਆਈ ਸੀ 2016 ਵਿੱਚ ਆਈ ਸੀ, ਮੇਰਾ ਦਰਦ ਜਵਾਨੇ ਦਾ। ਉਸ ਤੋਂ ਬਾਅਦ 2020 ਦੇ ਵਿੱਚ ਮੈਂ ਇੱਕ ਨਿੱਘਾ ਜਿਹਾ ਉਪਰਾਲਾ ਕੀਤਾ ਸੀ ਆਪਣੇ
ਪਿੰਡ ਦੇ ਜਿਹੜੇ ਜਿੰਨੇ ਵੀ ਬਜ਼ੁਰਗ ਹੋਏ ਨੇ ਜਾਂ ਪਰਿਵਾਰਕ ਪਿੱਛੇ ਹੋਏ ਨੇ, ਕਿਹੜੀ ਗੋਤ ਨਾਲ ਸੰਬੰਧਿਤ ਨੇ, ਕਿੱਥੋਂ ਪਰਿਵਾਰ ਆਇਆ ਸੀ ਜੀ, ਤੇ ਉਹਨਾਂ ਬਾਰੇ ਮੈਂ ਇੱਕ ਬਹੁਤ ਵੱਡੀ ਰਿਸਰਚ ਕੀਤਾ ਸੀ ਜੀ। ਉਹ ਮੈਂ 2020 ਦੇ ਵਿੱਚ ਰਿਲੀਜ਼ ਕੀਤਾ ਸੀ। ਤੇ ਮੇਰਾ ਪਿੰਡ ਮੇਰਾ ਪਰਿਵਾਰ ਜਾਣ ਕੇ ਉਹਨੂੰ ਆਪਾਂ ਇਤਿਹਾਸ ਵੀ ਲੈ ਕੇ ਵੀ ਕਹਿ ਸਕਦੇ, ਨਹੀਂ ਵੀ ਕਹਿ ਸਕਦੇ, ਯਾਨੀ ਕਿ ਉਹ ਪਿੰਡ ਦੇ ਲੋਕਾਂ ਦੇ ਬਾਰੇ ਜਿੱਥੋਂ ਮੁੱਢ ਵੱਜਿਆ, ਹਾਂਜੀ ਹਾਂਜੀ, ਉਹਨਾਂ ਬਾਰੇ ਤੇ ਜਿਵੇਂ ਆਪਾਂ ਕੁਰਸੀਨਾਮਾ ਕਹਿ ਦਿੰਦੇ ਆ ਜੀ, ਹਨਾ, ਵੀ ਉਹ ਸਾਰਿਆਂ ਦਾ ਉਹ ਆਪਾਂ ਰਿਸਰਚ ਕੀਤਾ ਸੀ। ਉਸ ਤੋਂ ਬਾਅਦ 2022 ਵਿੱਚ ਹੁਣ ਫੇਰ ਮੇਰੀ ਇੱਕ ਨਵੀਂ ਕਿਤਾਬ ਅਸ਼ਕ ਆਈ ਆ, ਤੇ ਇਹ ਵੀ ਵਿੱਚ ਵੀ ਨਾਰਮਲ ਗਜ਼ਲਾਂ ਹੀ ਨੇ। ਬਾਕੀ ਤੁਸੀਂ ਗੱਲ ਕਰ ਰਹੇ ਵੀ ਸਾਂਝੇ ਸੰਗ੍ਰਹਿ ਵਿੱਚ, ਸਾਂਝੇ ਮੈਂ ਘੱਟੋ ਘੱਟ 8-10 ਵਿੱਚ ਛਪਿਆ ਵਾਂ, ਤੇ ਜੋ ਪੰਜਾਬੀ ਸਾਹਿਬ ਬਾਬਾ ਸਾਹਿਬ ਵੱਲੋਂ ਛਪਦੇ ਆ, ਜਾਂ ਦਿੱਤ ਪੰਜਾਬੀ ਸ਼੍ਰੋਮਣੀ ਕਮੇਟੀ ਆ ਚੰਡੀਗੜ੍ਹ ਵਾਲੇ ਨਾਲ, ਉੱਥੋਂ ਅਦਿੱਤ ਭਾਈ ਦਾਰਾ ਸਿੰਘ ਵੱਲੋਂ ਛਪਿਆ ਵਾਂ। ਉਸ ਤੋਂ ਬਾਅਦ ਪੰਜਾਬ ਵਾਲੇ ਵੀ ਛਾਪਦੇ ਰਹੇ ਆ, ਹੋਰ ਬਹੁਤ ਸਾਰੀਆਂ ਜਿਹੜੀਆਂ ਸਾਹਿਤ ਸਭਾਵਾਂ ਕਿਤਾਬਾਂ ਸਾਂਝੀਆਂ ਛਪਦੀਆਂ, ਉਹਨਾਂ ਦੇ ਵਿੱਚ ਤੁਹਾਡੀ ਜਿਹੜੀ ਸ਼ਮੂਲੀਅਤ ਆ ਬਰਕਰਾਰ ਆ ਤੇ ਨਿਰੰਤਰ ਚੱਲ ਰਹੀ ਆ। ਤੇ ਇਸ ਦੇ ਨਾਲ ਹੀ ਹੁਣ ਆਪਾਂ ਤੁਹਾਡੇ ਬਾਰੇ ਗੱਲਾਂ ਕਰ ਲਈਆਂ, ਥੋੜੀ ਜਿਹੀ ਆਪਾਂ ਬਾਕੀ ਗੱਲ ਸਾਹਿਤ ਬਾਰੇ ਵੀ ਗੱਲ ਕਰ ਲਈਆਂ, ਤੇ ਹੁਣ ਤੁਸੀਂ ਘਰ ਵੀ ਜਾਣਾ। ਜੇ ਮੈਂ ਤੁਹਾਡੇ ਪਰਿਵਾਰ ਬਾਰੇ ਨਾ ਪੁੱਛਿਆ, ਤੁਹਾਨੂੰ ਮੈਨੂੰ ਲੱਗਦਾ ਘਰ ਬਾਰੇ ਸਾਡੇ ਬਾਰੇ ਗੱਲ ਨਹੀਂ ਕਰਕੇ, ਤੇ ਆਪਾਂ ਘਰ ਪਰਿਵਾਰ ਦੇ ਵਿੱਚ ਜਿਹੜਾ ਹੁਣ ਅੱਜ ਕੱਲ੍ਹ ਕੌਣ ਕੌਣ ਨੇ ਰਹਿ ਰਿਹਾ? ਹਾਂਜੀ ਜੀ। ਮੈਂ ਪਿੰਡ ਵਿੱਚ ਮੇਰੇ ਮੰਮੀ ਪਾਪਾ ਜੀ ਆ, ਉਹ ਪਿੰਡ ਵਿੱਚ ਹੀ ਰਹਿ ਰਹੇ ਆ। ਇੱਕ ਮੇਰਾ ਛੋਟਾ ਵੀਰ ਆ, ਉਹ ਇਸ ਟਾਈਮ ਤੇ ਕੁਵੈਤ ਵਿੱਚ ਆਪਣੀ ਰੋਜੀ ਕਮਾ ਰਿਹਾ ਜੀ, ਤੇ ਛੋਟੇ ਭਰਜਾਈ ਆ ਤੇ ਉਹਨਾਂ ਦੀ ਬੇਟੀ ਆ ਰਹਿ ਰਹੀ। ਮੈਂ ਆਪਣੀ ਡਿਊਟੀ ਕਰਕੇ ਅੰਮ੍ਰਿਤਸਰ ਵਿੱਚ ਰਹਿ ਰਿਹਾ ਵਾਂ, ਉੱਥੇ ਮੈਂ ਜੋਬ ਕਰਦਾ। ਉੱਥੇ ਸਾਡੇ ਵੱਡੇ ਭਾਜੀ ਆ, ਉਹਨਾਂ ਦੀ ਮਕਾਨ ਉੱਥੇ ਵਿੱਚ ਹੀ ਆਪਾਂ ਰਹਿ ਰਹੇ ਆ, ਆਪਣੀ ਮਜ਼ੇ ਦੀ ਜ਼ਿੰਦਗੀ ਜੀ ਰਹੇ ਆ ਜੀ। ਉੱਥੇ ਬੱਚੇ ਨਾਲ ਬੱਚੇ, ਹਾਂਜੀ, ਉੱਥੇ ਮੇਰੀ ਫੈਮਿਲੀ ਰਹਿ ਰਹੀ ਆ, 2 ਬੇਟੇ ਨੇ ਮੇਰੇ, ਉਹ ਵੀ ਉੱਥੇ ਰਹਿ ਰਹੇ ਨੇ, ਉੱਥੇ ਲਾਗੇ ਹੀ ਪੜ੍ਹਦੇ ਆ। ਕਿਉਂਕਿ ਮੇਰੇ ਜੋ ਬੇਟੇ ਸੀ ਨਾ, ਮੇਰੇ ਨਾਲ ਰਹੇ ਸੀ, ਦੋਵਾਂ ਦਾ ਜਨਮ, ਇੱਕ ਦਾ ਮੇਰਠ ਜਨਮ ਹੋਇਆ ਸੀ ਔਰ ਇੱਕ ਦਾ ਅੰਬਾਲੇ 'ਚ ਹੋਇਆ ਸੀ, ਤੇ ਉੱਥੇ ਆਰਮੀ ਸਕੂਲਾਂ ਵਿੱਚ ਪੜ੍ਹਨ ਕਰਕੇ ਹਿੰਦੀ ਸਿੱਖ ਗਏ ਸੀ। ਹਿੰਦੀ ਸਿੱਖਣਾ ਪਏ ਉਹਨੂੰ, ਅਸੀਂ ਹੁਣ ਪਿੰਡ ਪਾ ਦਿੰਦੇ ਤੇ ਹੋ ਸਕਦਾ ਉਹ ਪੰਜਾਬੀ ਨਹੀਂ ਜਲਦੀ ਸਿੱਖ ਪਾਉਂਦੇ, ਹੋ ਸਕਦਾ ਕਿ ਹਿੰਦੀ ਵੀ ਭੁੱਲ ਜਾਂਦੇ ਉਹ, ਬਿਲਕੁਲ, ਤੇ ਉਹ ਹਿੰਦੀ ਸਿੱਖਣ ਕਰਕੇ ਉਹਨੂੰ ਫਿਰ ਸ਼ਹਿਰ ਵਿੱਚ ਰਹਿਣਾ ਪੈ ਗਿਆ, ਤੇ ਇਸ ਕਰਕੇ ਮੈਂ ਅੰਮ੍ਰਿਤਸਰ ਰਹਿ ਰਿਹਾ ਜੀ। ਤੇ ਤੁਹਾਡੀ ਜਿਹੜੀ ਆ ਨੌਕਰੀ ਸੀ ਬਾਹਰ ਦੀ ਰਹੀ ਆ, ਤੇ ਉੱਥੇ ਹਿੰਦੀ ਜ਼ਿਆਦਾਤਰ ਹਿੰਦੀ ਨਾਲੇ ਵਾਸਤਾ ਰਿਹਾ, ਹਿੰਦੀ ਬੋਲਦੇ। ਹਾਂਜੀ। ਜਿਹੜੇ ਤੁਸੀਂ ਕਵਿਤਾ ਲਿਖਦੇ ਪੰਜਾਬੀ 'ਚ, ਤੁਹਾਡੀ ਕਿਤਾਬਾਂ ਵਿੱਚ ਤੋਂ ਬੱਚੇ ਦੇਖਦੇ ਹੋਗੇ, ਪੜ੍ਹ ਲੈਂਦੇ ਆ ਫਿਰ ਬੱਚੇ, ਜਾਂ ਉਹ ਪੁੱਛਦੇ ਪਾਪਾ ਇਹ ਕੀ ਲਿਖਿਆ ਹੈ, ਇਹਦਾ ਮਤਲਬ ਕੀ ਆ, ਇਸ ਤਰ੍ਹਾਂ? ਨਹੀਂ ਜੀ, ਮੈਂ ਸਾਡੇ ਪਰਿਵਾਰ ਵਿੱਚ ਕਿਸੇ ਨੂੰ ਨਾ ਇਹ ਸਾਹਿਤ ਨਾਲ ਰੁਚੀ ਨਹੀਂ ਹੈਗੀ ਜੀ। ਮੈਂ ਨਾ ਮੰਮੀ ਪੜ੍ਹਦੇ ਹੁੰਦੇ, ਪੱਕਾ ਪੜ੍ਹਦੇ ਹੁੰਦੇ ਵਾ, ਤੇ ਡੈਡ ਜੀ ਨੂੰ ਵੀ ਕਿਤੇ ਪੜ੍ਹਨਾ। ਬਾਕੀ ਅੱਜ ਕੱਲ੍ਹ ਤੇ ਜਿਹੜੀ ਰੁਚੀ ਆਪਾਂ ਪਹਿਲਾਂ ਮੈਂ ਗੱਲ ਮੋਬਾਈਲਾਂ ਵਿੱਚ ਹੀ ਰਹਿ ਗਈ ਜੀ। ਨਵੀਂ ਪੀੜ੍ਹੀ ਜਿਹੜੀ ਆ ਉਹ ਇਹ ਜਿਹਨੂੰ ਜਿਸ ਚੀਜ਼ ਦਾ ਸ਼ੌਂਕ ਆ ਬਸ ਉਹੀ ਕਿਤਾਬ ਪੜ੍ਹਦਾ ਵਾ, ਹੋਰ ਦੂਜੇ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ। ਬਿਲਕੁਲ, ਇਹ ਤਾਂ ਗੱਲ ਸਹੀ ਆ। ਜਿਹੜਾ ਜ਼ਿਆਦਾਤਰ ਸਾਹਿਤ ਲਈ ਆ, ਤੇ ਜਾਂ ਜਿਹੜੇ ਪਾਠਕ ਵੀ ਹੈਗੇ ਆ, ਉਹ ਬੜੀ ਸ਼ਿੱਦਤ ਨਾਲ ਪੜ੍ਹਦੇ ਆ। ਤੇ ਉਸ ਤੋਂ ਬਾਅਦ ਤੁਸੀਂ ਇੱਕ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਨਾਲ ਵੀ ਜੁੜੇ ਹੋਏ ਹੋ। ਤੇ ਜੇ ਆਪਾਂ ਸਾਹਿਤ ਸਭਾਵਾਂ ਦੀ ਗੱਲ ਕਰੀਏ, ਕੀ ਰੋਲ ਅਦਾ ਕਰ ਰਹੀਆਂ ਇਸ ਵੇਲੇ ਸਾਹਿਤ ਦੀ ਜਿਹੜੀ ਆ ਵਿਕਾਸ ਤੇ ਪ੍ਰਸਾਰ ਦੇ ਲਈ? ਜਿਹੜੀਆਂ ਸਾਹਿਤ ਸਭਾਵਾਂ ਤੁਹਾਨੂੰ ਕੀ ਲੱਗਦਾ ਕਿ ਉਹ ਪੋਜ਼ਿਟਿਵ ਰੋਲ ਕਰ ਰਹੀਆਂ ਦਾ ਜਿਹੜੀਆਂ, ਤੇ ਕਿੰਨਾ ਕੁ ਹੋਰ ਇਹਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਸਾਹਿਤ ਸਭਾ ਨਾਲ ਜੁੜਨਾ ਕਵੀ ਵਾਸਤੇ ਬਹੁਤ ਹੀ ਜ਼ਰੂਰੀ ਆ, ਕਿਉਂਕਿ ਅਸੀਂ ਕਿਸੇ ਵੀ ਉੱਥੇ ਪ੍ਰੋਗਰਾਮ 'ਚ ਕਿਸੇ ਵੀ ਕਵੀ ਨੂੰ ਸੁਣਾਂਗੇ ਨਾ, ਤੇ ਸਾਨੂੰ ਵਧੀਆ ਤੋਂ ਵਧੀਆ ਚੀਜ਼ ਸੁਣਨ ਨੂੰ ਮਿਲਣੀ ਆ। ਬਾਕੀ ਅੱਜ ਕੱਲ੍ਹ ਤੁਹਾਨੂੰ ਪਤਾ ਵਾ, ਅੱਜ ਕੱਲ੍ਹ ਘਰਾਂ ਵਿੱਚ ਵੀ ਰਾਜਨੀਤੀ ਹੁੰਦੀ ਆ, ਬਿਲਕੁਲ, ਕਿਤੇ ਨਾ ਕਿਤੇ ਚੀਜ਼ਾਂ ਦਿਖ ਪੈਂਦੀਆਂ ਇਹੋ ਜਿਹੀਆਂ, ਪਰ ਕੋਈ ਬੋਲਣਾ ਨਹੀਂ ਚਾਹੁੰਦਾ ਵੀ ਤੇ ਬੋਲਣਾ ਚਾਹੀਦਾ ਵੀ ਨਹੀਂ ਆ, ਕਿਉਂਕਿ ਆਪਾਂ ਇੱਕ ਮਾਸਟਰ ਸਾਨੂੰ 50 ਬੱਚੇ ਨੂੰ ਪੜ੍ਹਾ ਰਿਹਾ ਵਾ, ਬੱਚੇ ਸਾਰੇ ਰੌਲਾ ਤੇ ਪਾਉਣਾ ਹੀ ਪਾਉਣਾ ਬੱਚਿਆਂ ਨੇ, ਤੇ ਟੀਚਰ ਨੇ ਚੁੱਪ ਕਰਾਉਣਾ ਵਾ। ਇਹੋ ਜਿਹਾ ਹੀ ਆ ਵੀ ਇਹੋ ਜਿਹਾ ਕੁਝ ਗੱਲਾਂ ਹੁੰਦੀਆਂ ਨੇ, ਕੁਝ ਕਰਨ ਵਾਲੀਆਂ, ਕੁਝ ਨਹੀਂ ਵੀ ਕਰਨ ਵਾਲੀਆਂ ਹੁੰਦੀਆਂ ਨੇ। ਬਾਕੀ ਆਪੋ ਆਪਣਾ ਸਰ ਹੁੰਦਾ, ਚਲੋ ਕਿਤੇ ਨਾ ਕਿਤੇ ਉਹ ਚਲੋ ਲਿਗ ਪੁਲਿੰਗ ਤਾਂ ਹੁੰਦੀ ਰਹਿੰਦੀ ਹੈ, ਹੁੰਦੀ ਰਹਿਣੀ ਆ ਤੇ ਹੁੰਦੀ ਰਹੇਗੀ, ਪਰ ਫਿਰ ਵੀ ਉਹ ਜਿਹੜੀਆਂ ਸਾਹਿਤ ਸਭਾਵਾਂ ਦਾ ਜਿਹੜਾ ਰੋਲ ਆ, ਕੁਝ ਨਾ ਕੁਝ ਜਿਹੜਾ ਸਾਹਿਤ ਲਈ ਚੰਗਾ, ਬਹੁਤ ਵਧੀਆ ਰੋਲ, ਕਿ ਨਵਿਆਂ ਨੂੰ ਜਿਹੜਾ ਮੌਕਾ ਮਿਲਦਾ ਖੁੱਲ ਜਾਂਦੀ ਆ, ਚੱਕ ਖੁੱਲ ਜਾਂਦਾ। ਆਪਾਂ ਗੱਲ ਇਸ ਤੋਂ ਪਹਿਲਾਂ ਪਰਿਵਾਰ ਦੀ ਕੀਤੀ ਸੀ, ਪਰਿਵਾਰ ਨਾਲ ਸੰਬੰਧਿਤ ਵੀ ਕੋਈ ਕਵਿਤਾ ਲਿਖੀ ਜਿਹੜੀ ਆ, ਕੋਈ ਪਾਪਾ ਮੰਮੀ ਨਾਲ ਜਾਂ ਹੋਰ ਪਰਿਵਾਰ ਨਾਲ ਰਿਸ਼ਤੇਦਾਰੀ ਦੇ ਵਿੱਚ ਕੋਈ ਇੱਦਾਂ ਦਾ ਹੋਵੇ ਕਿ ਮੈਂ ਇੱਥੇ ਕਵਿਤਾ ਲਿਖਣੀ ਸੀਗੀ ਜਾਂ ਲਿਖੀ ਗਈ ਹੋਵੇ? ਲਿਖੀ ਮੈਂ ਜਦੋਂ ਆਪਣੀ ਪਹਿਲੀ ਕਿਤਾਬ ਕਰਾਈ ਸੀ ਨਾ, ਉਸ ਤੋਂ ਕੁਝ ਸਮੇਂ ਪਹਿਲੇ ਜਿਹੜੇ ਮੇਰੇ ਸਹੁਰਾ ਸਾਹਿਬ ਸੀ ਜੀ, ਸਰਦਾਰ ਗੁਰਚਰਨ ਸਿੰਘ ਨੰਬਰਦਾਰ ਸੀ ਜੀ, ਪਿੰਡ ਭੋਰਚੀ ਰਹਿਣ ਵਾਲੇ ਸੀ, ਤੇ ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਦਾ ਮੇਰੇ ਨਾਲ ਲਗਾਅ ਬੜਾ ਹੁੰਦਾ ਸੀ। ਮੈਂ ਸਭ ਤੋਂ ਛੋਟਾ ਸੀ ਜੀ, ਤੇ ਮੇਰੇ ਨਾਲ ਲਗਾਅ, ਮੈਨੂੰ ਕਾਕਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਉਹ, ਕਾਕਾ ਇੱਧਰ ਆ ਓਏ, ਕਾਕਾ ਇੱਧਰ ਆ। ਤੇ
ਉਹ ਜਦੋਂ ਡੈਥ ਹੋਈ ਤੇ ਮੈਂ ਆਪਣੀ ਕਿਤਾਬ ਜੋ ਲਿਖੀ ਤੇ ਉਹ ਉਹਨਾਂ ਨੂੰ ਸਮਰਪਿਤ ਕੀਤੀ ਸੀ ਜੀ ਤੇ ਉਹਨਾਂ ਉੱਤੇ ਉਹਨਾਂ ਨੂੰ ਇੱਕ ਨਿੱਕੀ ਜਿਹੀ ਸ਼ਰਧਾਂਜਲੀ ਦਿੱਤੀ ਸੀ ਜੀ। ਆਪਾਂ ਉਸ ਦਰਸ਼ਕੋ ਇਹਨਾਂ ਦੀ ਜਿਹੜੀ ਕਵਿਤਾ ਆਪਣੇ ਸਹੁਰਾ ਸਾਹਿਬ ਬਾਰੇ ਲਿਖੀ ਹੋਈ ਆ ਤੁਹਾਡੇ ਨਾਲ ਸਾਂਝੀ ਕਰਦੇ ਆ। ਹਾਂਜੀ, ਕਿਤੇ ਕਿਤੇ ਪਿਓ ਪੁੱਤਾਂ ਵਿੱਚ ਕੋਈ ਗਿਲੇ ਸ਼ਿਕਵੇ ਵੀ ਹੁੰਦੇ ਆ, ਉਹ ਵੀ ਆਪਾਂ ਜ਼ਾਹਰ ਕੀਤੇ ਇਹਦੇ ਵਿੱਚ। ਜੀ ਜ਼ਰੂਰ ਆਪਣੇ ਮਨ ਦੀਆਂ ਭਾਵਨਾ ਕਹਿਣੀਆਂ ਚਾਹੀਦੀਆਂ। ਬਿਲਕੁਲ ਜੀ ਬਿਲਕੁਲ। ਹਾਂਜੀ, ਭਾਵੇਂ ਮੇਰੀ ਮੰਨੀ ਨਾ ਤੂੰ ਫਿਰ ਵੀ ਬਹੁਤ ਪਿਆਰਾ ਸੀ, ਭਾਵੇਂ ਮੇਰੀ ਮੰਨੀ ਨਾ ਤੂੰ ਫਿਰ ਵੀ ਬਹੁਤ ਪਿਆਰਾ ਸੀ, ਰੱਬ ਦੇ ਨਾਲੋਂ ਵੱਧ ਕੇ ਬਾਪੂ ਮੈਨੂੰ ਤੇਰਾ ਸਹਾਰਾ ਸੀ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਅੱਛੇ ਜੀ। ਤੂੰ ਆਪਣੇ ਲਾਏ ਹਰ ਬੂਟੇ ਨੂੰ ਹਿਰਖ ਦਾ ਪਾਣੀ ਪਾਉਂਦਾ ਸੀ, ਤੂੰ ਆਪਣੇ ਲਾਏ ਹਰ ਬੂਟੇ ਨੂੰ ਹਿਰਖ ਦਾ ਪਾਣੀ ਪਾਉਂਦਾ ਸੀ, ਫੁੱਟਦੀ ਤੇਰੇ ਮਨ ਵਿੱਚ ਰਹੀ ਇੱਕੋ ਪਿਆਰ ਦੀ ਧਾਰਾ ਸੀ। ਕੀ ਬਾਤ ਹੈ, ਬਹੁਤ ਅੱਛੇ। ਚੌਹਾਂ ਧੀਆਂ ਦਾ ਬਾਬਲ ਲੋੜਾਂ ਚੌਹਾਂ ਦੀਆਂ ਪੁੱਛਦਾ ਸੀ, ਚੌਹਾਂ ਧੀਆਂ ਦਾ ਬਾਬਲ ਲੋੜਾਂ ਚੌਹਾਂ ਦੀਆਂ ਪੁੱਛਦਾ ਸੀ, ਭਾਵੇਂ ਆਪਣਾ ਕਿੱਦਾਂ ਵੀ ਤੂੰ ਕਰਦਾ ਰਿਹਾ ਗੁਜ਼ਾਰਾ ਸੀ ਜੀ। ਦੁੱਖ ਤਕਲੀਫਾਂ ਵੇਲੇ ਤੇਰਾ ਨੰਗੇ ਪੈਰੀਂ ਆ ਜਾਣਾ, ਦੁੱਖ ਤਕਲੀਫਾਂ ਵੇਲੇ ਤੇਰਾ ਨੰਗੇ ਪੈਰੀਂ ਆ ਜਾਣਾ, ਹੋਰਾਂ ਵਾਂਗੂ ਔਖੇ ਵੇਲੇ ਕਰਦਾ ਨਾ ਕਿਨਾਰਾ ਸੀ। ਬਹੁਤ ਵਧੀਆ ਜੀ। ਜੋ ਸਤਿਕਾਰ ਤੋਂ ਦਿੱਤਾ ਹੋਰ ਕਿਸੇ ਤੋਂ ਮਿਲਿਆ ਨਾ, ਜੋ ਸਤਿਕਾਰ ਤੋਂ ਦਿੱਤਾ ਹੋਰ ਕਿਸੇ ਤੋਂ ਮਿਲਿਆ ਨਾ, ਕਾਕਾ ਆਖ ਬੁਲਾਉਣਾ ਤੇਰਾ ਲੱਗਦਾ ਬੜਾ ਨਿਆਰਾ ਸੀ। ਬਹੁਤ ਵਧੀਆ ਜੀ। ਉਸ ਸਮੇਂ ਕੀ ਹੋਇਆ ਸੀ ਕਿ ਮੇਰੇ ਛੋਟੇ ਬੇਟੇ ਨੇ ਜਨਮ ਲਿਆ ਸੀ ਤੇ ਉਹ ਉਹਨੂੰ ਵੇਖਦੇ ਵੇਖਦੇ ਚੱਲ ਵਸੇ ਜੀ। ਉਹਨਾਂ ਦੇ ਮਨ 'ਚ ਹੀ ਰਿਹਾ ਕਿ ਮੈਂ ਆਪਣਾ ਦੋਹਤਾ ਵੇਖ ਲਾਂ। ਜੀ ਜੀ। ਜਿਸ ਦਾ ਮੁਖੜਾ ਵੇਖਣ ਲਈ ਤੂੰ ਤਰਸ ਰਿਹਾ ਸੀ ਅਜਲਾਂ ਤੋਂ, ਜਿਸ ਦਾ ਮੁਖੜਾ ਵੇਖਣ ਲਈ ਤੂੰ ਤਰਸ ਰਿਹਾ ਸੀ ਅਜਲਾਂ ਤੋਂ, ਉਸ ਨੂੰ ਵੇਖਣ ਤੋਂ ਪਹਿਲਾਂ ਤੂੰ ਲੈ ਲਿਆ ਜਨਮ ਦੁਬਾਰਾ ਸੀ। ਕੀ ਬਾਤ ਹੈ, ਬਹੁਤ ਅੱਛੇ। ਆਪਣੀ ਥਾਂ ਤੇ ਬਹੁਤ ਸੁਖੀ ਹਾਂ ਪਰ ਮੈਨੂੰ ਤੇਰੀ ਥੋਰ ਸਤਾਵੇ, ਆਪਣੀ ਥਾਂ ਤੇ ਬਹੁਤ ਸੁਖੀ ਹਾਂ ਪਰ ਮੈਨੂੰ ਤੇਰੀ ਥੋੜ ਸਤਾਵੇ, ਤੂੰ ਕਿੱਥੇ ਤੁਰ ਗਿਓ ਬਾਬਲਾ ਮੇਰਾ ਤੇਰੇ ਨਾਲ ਗੁਜ਼ਾਰਾ ਸੀ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਅੱਛੇ ਜੀ। ਨਾ ਸਰਿਆ ਤਾਂ ਕਹਿ ਦਿੰਦਾ ਸੀ ਮੇਰੇ ਵਸ ਦੀ ਗੱਲ ਨਹੀਂ, ਨਾ ਸਰਿਆ ਤਾਂ ਕਹਿ ਦਿੰਦਾ ਸੀ ਮੇਰੇ ਵਸ ਦੀ ਗੱਲ ਨਹੀਂ, ਲੋਕਾਂ ਵਾਂਗੂ ਦਰਦੀ ਨਾ ਤੂੰ ਲਾਉਂਦਾ ਕੋਈ ਲਾਰਾ ਸੀ, ਭਾਵੇਂ ਮੇਰੀ ਮੰਨੀ ਨਾ ਤੂੰ ਫਿਰ ਵੀ ਬਹੁਤ ਪਿਆਰਾ ਸੀ, ਰੱਬ ਦੇ ਨਾਲੋਂ ਵੱਧ ਕੇ ਬਾਪੂ ਮੈਨੂੰ ਤੇਰਾ ਸਹਾਰਾ ਸੀ। ਕੀ ਬਾਤ ਹੈ, ਬਹੁਤ ਵਧੀਆ, ਬਹੁਤ ਅੱਛੀ ਜਿਹੜੀ ਕਵਿਤਾ ਤੁਸੀਂ ਉਹ ਇੱਕ ਸ਼ਰਧਾਂਜਲੀ ਦੇ ਤੌਰ ਤੇ ਆਪਣੇ ਸਹੁਰਾ ਸਾਹਿਬ ਨੂੰ, ਸਹੁਰਾ ਸਾਹਿਬ ਕੀ ਉਹ ਬਾਪ ਹੀ ਹੁੰਦਾ ਆਪਣਾ, ਬਾਪ ਵੱਡੇ ਸਾਡੇ ਪਾਪਾ ਜੀ ਹਾਂਜੀ ਹੁੰਦੇ ਆ, ਦਿੱਤੀ ਆ ਜਿਹੜੀ ਆ ਉਹਨਾਂ ਦੀ ਵੀ ਰੂਹ ਕਿਤੇ ਖੁਸ਼ ਹੁੰਦੀ ਹੋਊਗੀ ਦੇਖ ਕੇ ਕਿ ਮੇਰਾ ਜਿਹੜਾ ਪੁੱਤਰ ਆ ਉਸਨੇ ਮੇਰੇ ਲਈ ਇੰਨਾ ਸੋਚਿਆ, ਇੰਨਾ ਪਿਆਰ ਤੇ ਮੁਹੱਬਤ ਸੀਗਾ। ਤੇ ਦਰਦੀ ਸਾਹਿਬ ਗੱਲਾਂ ਤਾਂ ਬੜੀਆਂ ਨੇ ਜਿਹੜੀਆਂ ਕਰੀ ਜਾਓ ਮੁੱਕਦੀਆਂ ਨਹੀਂ, ਪਰ ਜਿਹੜਾ ਸਮਾਂ ਜਿਹੜਾ ਉਹ ਆਪਣੀ ਚਾਲੇ ਚੱਲਦਾ ਤਾਂ ਵੱਜਿਆ ਹੋਇਆ ਬਿਲਕੁਲ ਜੀ ਬਿਲਕੁਲ, ਤੇ ਉਹ ਸਾਨੂੰ ਹੁਣ ਇਜਾਜ਼ਤ ਨਹੀਂ ਦਿੰਦਾ ਕਿ ਤੁਹਾਡੇ ਨਾਲ ਆਪਾਂ ਹੋਰ ਜਿਹੜੀਆਂ ਗੱਲਾਂ ਦਿਲ ਦੀਆਂ ਜਾਂ ਕਵਿਤਾ ਬਾਰੇ ਕਰ ਸਕੀਏ। ਤੇ ਤੁਸੀਂ ਸਾਡੇ ਬਾਜ ਟੀਵੀ ਦੇ ਵਿੱਚ ਆਏ, ਬਾਜ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਧੰਨਵਾਦ ਜੀ। ਨਹੀਂ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਅਸੀਂ ਕੋਸ਼ਿਸ਼ ਕਰਾਂਗੇ ਤੇ ਸਾਨੂੰ ਉਮੀਦ ਆ ਕਿ ਜਿਵੇਂ ਅੱਜ ਇੱਕ ਨਿਮਾਣੇ ਬੰਦੇ ਨੂੰ ਤੁਸੀਂ ਇੱਥੇ ਲੈ ਕੇ ਆਂਦਾ ਵਾ, ਅੱਗੇ ਤੋਂ ਹੋਰ ਵੀ ਜਿਹੜੇ ਨਵੇਂ ਕਵੀ ਜਾਂ ਜੋ ਵੀ ਕਵੀ ਆਉਣ ਆ ਕੇ ਤੁਸੀਂ ਆਪਣੇ ਦਰਸ਼ਕਾਂ ਰੂਬਰੂ ਕਰਾਓ ਜੀ। ਬਿਲਕੁਲ, ਅਸੀਂ ਆਪਣਾ ਫਰਜ਼ ਜਿਹੜਾ ਇਸ ਤਰ੍ਹਾਂ ਹੀ ਨਿਭਾਵਾਂਗੇ ਦਰਸ਼ਕੋ, ਤੇ ਕੱਲ ਫਿਰ ਨਵੇਂ ਚਿਹਰੇ ਦੇ ਨਾਲ ਹਾਜ਼ਰ ਹੋਵਾਂਗੇ। ਹੁਣ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।